ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵੀਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਵਚੇ ਜੇ ਬਲੀ ਪ੍ਰਾਣ ਲੈ ਕੇ ਸਿਧਾਰੇ। ਚਤੁਰ ਵੇਦ ਪਠਿਅੰ ਕੀਓ ਕਾਸ ਬਾਸੰ ਕਨੇ ਬਰਖ ਕੀਨੇ ਤਹਾਹੀ ਨਿਵਾਸੰ। ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਘੀ ਗੋਦ ਮਾਨਦੇ ਹੋਏ ਸਾਧ ਸੰਗਤ ਜੀ, ਆਪ ਧੰਨ ਭਾਗੇ ਹੋ ਜੋ ਇਹ ਵਿਸ਼ੇਸ਼ ਗੁਰਪੁਰਬ ਦੇ ਦਰਬਾਰ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਸੋਦਰ ਸਾਹਿਬ ਦੇ ਪਾਠ ਹੋਏ ਹਨ, ਉਪਰੰਤ ਆਰਤੀ ਆਰਤ ਦੇ ਹਰ ਜਸ ਕੀਰਤਨ ਲਾਹੇ ਹੋਏ ਹਨ। ਆਰਤੀ ਆਰਤ ਵਿੱਚ ਗੁਰੂ ਪੰਥ ਖਾਲਸਾ ਨੇ ਆਪਣੇ ਇਸ਼ਟ ਗੁਰੂ ਅੱਗੇ ਅਰਦਾਸਾਂ ਸੋਧ ਕੇ ਮਹਾਰਾਜ ਦੇ ਤਾਬਿਆਂ ਵਿੱਚ ਹਾਜ਼ਰੀਆਂ ਭਰੀਆਂ ਹਨ। ਆਪਣੇ ਇਸ਼ਟ ਦੇਵ ਦੇ ਅੱਗੇ ਧੂਪ ਦੀਪ ਹੋਰ ਘਿਓ ਸਮੱਗਰੀ ਸੁਗੰਧੀ ਆਦਿਕ ਨਾਲ ਮਹਾਰਾਜ ਦੀ ਆਰਾਧਨਾ ਪੂਜਾ ਅਰਪਣਾ ਕੀਤੀ ਹੈ। ਖਾਲਸਾ ਜੀ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ। ਆਪਣੇ ਇਸ਼ਟ ਦੇਵ ਅੱਗੇ ਐਸੇ ਪੂਜਾ ਕਰਨੀ, ਐਸੇ ਆਰਾਧਨਾ ਕਰਨੀ, ਇਹੀ ਖਾਲਸਾ ਪੰਥ ਦੀ ਰੀਤੀ ਰਿਵਾਜ ਹੈ ਜੋ ਪੁਰਾਤਨ ਸਮੇਂ ਤੋਂ ਚੱਲ ਕੇ ਆ ਰਹੇ ਹਨ। ਇੱਕ ਜਿਹੜਾ ਦੀਵਾ ਹੈ ਸਾਧ ਸੰਗਤ ਜੀ, ਇੱਕ ਪ੍ਰਤੀਕ ਹੈ, ਇੱਕ ਜੋਤ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਜੋ ਅਕਾਲ ਪੁਰਖ ਪਰਮਾਤਮਾ ਹੈ, ਇੱਕ ਜਗਦੀ ਜੋਤ ਹੈ। ਇਹ ਜੋਤ ਤੋਂ ਹੀ ਖਾਲਸਾ ਦਾ ਪਰਿਭਾਸ਼ਾ ਬਣਦਾ ਹੈ। ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਜੋਤ ਜਗੈ ਘਟ ਮੈਂ ਤਬ ਖਾਲਿਸ ਤਾਹੇ ਨਾ ਖਾਲਿਸ ਜਾਨੈ। ਮਹਾਰਾਜ ਨੇ ਖਾਲਸਾ ਦਾ ਪਰਿਭਾਸ਼ਾ ਬਣੀ। ਇੱਕ ਮੇਰਾ ਖਾਲਸਾ ਕੌਣ ਹੈ? ਮੇਰਾ ਖਾਲਸਾ ਉਹ ਹੈ ਜੋ ਜਾਗਤੀ ਜੋਤ ਨੂੰ ਜਪ ਰਿਹਾ। ਮੇਰਾ ਖਾਲਸਾ ਉਹ ਹੈ ਜੋ ਜਾਗਤੀ ਜੋਤ ਨੂੰ ਆਪਣੇ ਹਿਰਦੇ ਵਿੱਚ ਵਸਾ ਰਿਹਾ ਹੈ। ਉਹ ਦੀਵਾ ਇੱਕ ਪ੍ਰਤੀਕ ਹੈ। That diva is a pratik, it's showing us an example. It's showing us an example. What is the definition of the Khalsa? Guru Garib Nawaz has told us, my Khalsa is that who wakes up in the morning, closes their eyes, focus their surti onto the Akal Purakh Vaheguru. That Jagdi Jot, that's here right now in Maharaj's Swaroop, that's here right now in the Saz Sangat. ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਇੱਕ ਤੁਕ ਮਿਲਦੀ ਹੈ,
ਇੱਕ ਪੰਕਤੀ ਮਿਲਦੀ ਹੈ। ਭਾਈ ਸਾਹਿਬ ਕਹਿੰਦੇ ਆ ਕਿ ਇਹ ਜਿਹੜਾ ਅਸਥਾਨ ਨਹੀਂ ਹੈਗਾ ਸਾਧ ਸੰਗਤ ਜੀ, ਜਿੱਥੇ ਆਪਾਂ ਬੈਠੇ ਹੋਏ ਆ, ਇਹ ਇੱਕ ਆਮ ਅਸਥਾਨ ਨਹੀਂ ਹੈ। ਲੱਖ ਲੱਖ ਕਿਰਨ, ਇਹ ਇੱਥੇ ਲੱਖ ਲੱਖ ਸੂਰਜ ਵਾਂਗ ਰੋਸ਼ਨੀ ਵਜ ਰਹੀ ਇੱਥੇ। ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸਾਧ ਸੰਗਤ ਜੀ, ਜਿੱਥੇ ਆਪਾਂ ਬੈਠੇ ਹੋਏ ਆ, ਕੋਈ ਆਮ ਜਗ੍ਹਾ ਨਹੀਂ ਹੈ। ਇਹ ਸੱਚਖੰਡ ਦਾ ਪ੍ਰਤੀਕ ਹੈ। ਇਹ ਸੱਚਖੰਡ ਹੀ ਹੈ। ਜੇ ਸੱਚਖੰਡ ਵਿੱਚ ਕੀ ਹੋ ਰਿਹਾ, ਇੱਥੇ ਮਹਾਰਾਜ ਦੇ ਉੱਤੇ ਕੀਰਤਨ ਹੋ ਰਿਹਾ, ਉੱਥੇ ਕਥਾ ਹੋ ਰਹੀ ਹੈ, ਉੱਥੇ ਮਹਾਰਾਜ ਦੇ ਸੋਹਣੇ ਦਰਸ਼ਨ ਹੋ ਰਹੇ ਆ, ਤੇ ਇਸ ਦਰਬਾਰ ਵਿੱਚ ਕੀ ਹੋ ਰਿਹਾ? ਉਹੀ ਕੁਝ ਹੋ ਰਿਹਾ। ਇਸ ਕਰਕੇ ਇਹ ਆਮ ਸਥਾਨ ਨਹੀਂ ਹੈ। ਜੇ ਸਾਨੂੰ ਵੱਡੇ ਭਾਗ ਮਿਲੇ ਇੱਥੇ ਪ੍ਰਵੇਸ਼ ਹੋਣ ਦੇ, ਫਿਰ ਤੁਸੀਂ ਸਮਝੋ ਸਾਧ ਸੰਗਤ ਜੀ ਕਿ ਬਹੁਤ ਉੱਚੇ ਲੇਖ ਤੇ ਮੱਥੇ ਉੱਤੇ ਲਿਖੇ ਹੋਏ ਆ, ਬਹੁਤ ਉੱਚੇ ਲੇਖ। ਤਨ ਜੀਓ ਤੇ ਹੈ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ। ਖਾਲਸਾ ਦਾ ਪਰਿਭਾਸ਼ਾ, ਡੈਫੀਨੇਸ਼ਨ ਆਫ ਖਾਲਸਾ। ਧਨ ਜੀਓ ਤੇ ਹੈ ਕੋ ਜਗ ਮੈਂ। ਇਸ ਜਗਤ ਵਿੱਚ ਉਹ ਜੀਵ, ਉਹ ਮਨੁੱਖ, ਉਹ ਜਗਿਆਸੂ, ਉਹ ਸਿੱਖ ਧਨ ਹਨ। ਕੌਣ? ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਕਿ ਆਪਣੇ ਮੁਖ ਤੇ ਹਰੀ ਹਰੀ ਪਰਮਾਤਮਾ ਦਾ ਨਾਮ ਜਪ ਰਹੇ ਹਨ, ਆਪਣੇ ਮੁਖ ਤੇ ਵਾਹਿਗੁਰੂ 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 ਜਪ ਰਹੇ ਹਨ, ਤੇ ਆਪਣੇ ਚਿੱਤ ਵਿੱਚ ਗਊ ਗਰੀਬ ਦੀ ਸੇਵਾ, ਆਪਣੇ ਚਿੱਤ ਵਿੱਚ ਜੋ ਮਾਸੂਮ ਹਨ ਉਹਨਾਂ ਦੀ ਰਕਸ਼ਾ। ਇਹ ਖਾਲਸਾ ਦਾ ਪਰਿਭਾਸ਼ਾ ਹੈ। ਪੂਰਨ ਜੋਗ ਜਗੈ ਘਟ ਮੈਂ, ਤਬ ਖਾਲਿਸ ਤਾਹਿ ਨ ਖਾਲਿਸ ਜਾਣੈ। ਜੇ ਉਹ ਪੂਰਨ ਜੋਤ ਸਦੇ ਹਿਰਦੇ ਵਿੱਚ ਜਗ ਪਈ, ਤਬ ਖਾਲਸਾ। ਜਜਨ ਮਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ। ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟੇ ਹੈ ਸੋਗ। ਮਹਾਰਾਜ ਕਹਿੰਦੇ ਮੇਰਾ ਖਾਲਸਾ ਇਸ ਤਰ੍ਹਾਂ ਦਾ ਹੈ। ਮੇਰਾ ਖਾਲਸਾ ਮੇਰਾ ਪੂਜਾ ਹੈ, ਮੇਰੀ ਖਾਲਸਾ ਮੇਰੇ ਭਜਨ ਹੈ। ਜਜਨ ਮੰਜਨ ਮਮ ਖਾਲਸਾ, ਮੇਰਾ ਖਾਲਸਾ। ਗੁਰੂ ਸਾਹਿਬ ਕਹਿੰਦੇ ਕਿ ਮੇਰਾ ਖਾਲਸਾ ਮੇਰੀ ਪੂਜਾ ਹੈ। ਇਹਨਾਂ ਨੇ ਦਰਸ਼ਨ ਕਰਕੇ, ਇਹਨਾਂ ਦੀ ਸੇਵਾ ਕਰਕੇ ਮਿਟੇ ਹੈ ਸੋਗ। ਇਹ ਪਛਮਨ ਦੇਸ਼ ਵਿੱਚ ਜਿੱਥੇ ਆਪਾਂ ਬੈਠੇ ਹੋਏ ਹਾਂ, ਸਭ ਤੋਂ ਵੱਡਾ ਰੋਗ ਸੋਗ ਹੀ ਹੈ। ਮਾਨਸਿਕ ਬਿਮਾਰੀਆਂ। ਸਾਧ ਸੰਗਤ ਜੀ, ਸਾਡੇ ਮੇਰੇ ਬਜ਼ੁਰਗ ਇੱਥੇ ਬੈਠੇ ਹੋਏ ਆ, ਤੇ ਆਪਾਂ ਜਾਣਦੇ ਆ ਕਿ 50 ਸਾਲ ਪਹਿਲੋਂ ਇਹ ਜਿਹੜੇ ਰੋਗ ਆਪਾਂ ਪਹਿਲੋਂ ਨਹੀਂ ਦੇਖੇ, ਜੋ ਹੁਣ ਆ ਰਹੇ ਆ ਬੱਚਿਆਂ ਵਿੱਚ। ਪਰੇਸ਼ਾਨੀਆਂ, ਚਿੰਤਾ, ਇਹ ਜਿਹੜੇ ਮਾਨਸਿਕ ਰੋਗ ਆ, ਇਹ ਘਰ ਘਰ ਵਿੱਚ ਹੁਣ ਪੈਦਾ ਹੋ ਰਹੇ ਆ। ਕਿਉਂ ਪੈਦਾ ਹੋ ਰਹੇ ਆ? ਇੱਕ ਘਾਟ ਹੈ ਇਸ ਸੰਸਾਰ ਵਿੱਚ। ਇਹ ਪੱਛਮੀ ਦੇਸ਼ਾਂ ਵਿੱਚ ਘਾਟ ਹੈ, ਸੰਸਕਾਰ ਦੀ ਘਾਟ ਹੈ। ਜੋ ਆਪਾਂ ਪੂਰਬ ਵਿੱਚ ਸਿੱਖ ਸਕਦੇ ਹਾਂ, ਇੱਥੋਂ ਨਹੀਂ ਆਪਾਂ ਸਿੱਖ ਸਕਦੇ ਜੀ। ਮਾਤਾ ਪਿਤਾ ਦਾ ਸਤਿਕਾਰ, ਵੱਡਿਆਂ ਦਾ ਸਤਿਕਾਰ, ਰਾਗੀ ਢਾਡੀ ਗਿਆਨੀਆਂ ਸਿੰਘਾਂ ਦਾ ਸਤਿਕਾਰ ਇਸ ਦੇਸ਼ਾਂ ਤੋਂ ਨਹੀਂ ਮਿਲੇਗਾ। ਆਪਣੇ ਉਸਤਾਦਾਂ ਦਾ ਉਸਤਾਦ ਸਤਿਕਾਰ, ਆਦਰ ਇਸ ਦੇਸ਼ਾਂ ਵਿੱਚ ਨਹੀਂ ਮਿਲ ਸਕਦਾ। ਇਸ ਕਰਕੇ ਜੋ ਆਪਾਂ ਆਪਣੇ ਬਜ਼ੁਰਗਾਂ ਤੋਂ ਸਿੱਖ ਸਕਦੇ ਹਾਂ ਸਾਧ ਸੰਗਤ ਜੀ, ਉਹ ਸਿੱਖਣੇ ਯੋਗ ਹੈ। ਜੋ ਖਜ਼ਾਨਾ ਸਾਡੇ ਬਜ਼ੁਰਗਾਂ ਕੋਲ ਹੈ, ਆਪਾਂ ਕਹਿੰਦੇ ਬਜ਼ੁਰਗ ਉਹ ਪਿੰਡੂ ਹੈ, ਉਹਨਾਂ ਨੂੰ ਨਹੀਂ ਕੁਝ ਪਤਾ, ਪਰ ਇਹ ਗਲਤ ਹੈ। ਜੋ ਉਹਨਾਂ ਨੂੰ ਪਤਾ ਉਹ ਸਾਨੂੰ ਨਹੀਂ ਪਤਾ ਖਾਲਸਾ ਜੀ। ਇਸ ਕਰਕੇ ਸਾਨੂੰ ਇਹ ਮਾਨਸਿਕ ਰੋਗਾਂ ਪੈਦਾ ਹੋ ਰਹੇ ਆ। ਗੁਰੂ ਸਾਹਿਬ ਕਹਿੰਦੇ ਦਰਸ ਪਰਸ ਮਿਟੇ ਹੈ ਸੋਗ। ਖਾਲਸਾ ਦੇ ਦਰਸ਼ਨ ਕਰਕੇ, ਉਹਨਾਂ ਦੀ ਸੇਵਾ ਕਰਕੇ, ਉਹਨਾਂ ਨੇ ਪਰਸ਼ਨ ਕਰਕੇ, ਗੋਡਿਆਂ ਤੇ ਹੱਥ ਲਾ ਕੇ ਇਹ ਸੋਗ ਚਿੰਤਾ ਮਿਟ ਜਾਂਦੀ ਹੈ। ਸਾਧ ਸੰਗਤ ਜੀ, ਬਹੁਤ ਕਿਰਪਾ ਹੋ ਰਹੀ ਹੈ ਮਹਾਰਾਜ ਦੀ। ਕੀਰਤਨ ਦੇ ਦਰਬਾਰ ਸਜੇ ਸਨ। ਕੀਰਤਨ ਵਿੱਚ ਰਾਗੀ ਸਿੰਘਾਂ ਨੇ ਬਹੁਤ ਮਿੱਠੀ ਆਵਾਜ਼ ਵਿੱਚ, ਬਹੁਤ ਮਿੱਠੀ ਧੁਨਾਂ ਵਿੱਚ ਅਲਾਹੀ ਬਾਣੀ ਦਾ ਜਾਪ ਕੀਤਾ, ਬਚਿੱਤਰ ਨਾਟਕ ਦਾ ਜਾਪ ਕੀਤਾ। ਕੱਲ ਬਚਿੱਤਰ ਨਾਟਕ ਦੀ ਆਪਾਂ ਕਥਾ ਸ਼ੁਰੂ ਕੀਤੀ ਸੀ, ਆਰੰਭ ਕੀਤੀ ਸੀ, 94 ਪ੍ਰਸੰਗ। ਕਿਉਂਕਿ ਜਿਹੜੀ ਆਹ ਬਾਣੀ ਹੈ ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਇਹਦਾ ਇੱਕ ਲਕਸ਼ ਹੈ। ਗੁਰੂ ਸਾਹਿਬ ਹੈਜ਼ ਅ ਮਿਸ਼ਨ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਗੈ ਧਰਮ ਹਿੰਦਕ ਧੁਰਕ ਧੁੰਦ ਭਾਜੈ, ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਧਰਮ ਹੈਗਾ ਨਹੀਂ ਸੀ, ਜਿਹੜਾ ਗਵਾਚ ਗਿਆ 700 ਸਾਲ ਗੁਲਾਮੀ ਸਹਿ ਕੇ ਪਠਾਨਾਂ ਮੁਗਲਾਂ ਦੀ, ਉਹ 700 ਸਾਲ ਗੁਲਾਮੀ ਸਹਿ ਕੇ ਆਪਣਾ ਧਰਮ ਇਮਾਮ ਭੁੱਲ ਗਏ, ਕੇਸ ਛੱਡ ਦਿੱਤੇ। ਕੇਸ ਇੰਡੀਆ ਵਿੱਚ, ਹਿੰਦੁਸਤਾਨ ਦੀ ਧਰਤੀ ਵਿੱਚ ਇੱਕ ਸਮੋਰ ਅਵਸਥਾ ਸੀ, ਰਿਸ਼ੀ ਮੁਨੀਆਂ ਦਾ ਅਵਸਥਾ ਸੀ ਕਿ ਉਹ ਕੇਸ ਰੱਖਦੇ ਸਨ। ਸਾਧੂਆਂ ਦੀ ਇਹ ਇੱਕ ਚਿੰਨ੍ਹ ਸੀ। ਪਠਾਨਾਂ ਮੁਗਲਾਂ ਦੀ ਗੁਲਾਮੀ ਸਹਿ ਕੇ ਇਹ ਆਪਣਾ ਧਰਮ ਇਮਾਮ ਭੁੱਲ ਗਏ। ਅੰਦਰ ਪੂਜਾ ਪੜੇ ਕਤੇਬਾ ਸੰਜਮ ਧੁਰਕਾ ਭਾਈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿਤਾ ਕਿ ਆਪਣੇ ਘਰ ਵਿੱਚ ਇਹ ਪੂਜਾ ਕਰਦੇ ਆ, ਘਰ ਦੇ ਵਿੱਚ ਵੇਦਾਂ ਦਾ ਪਾਠ ਕਰਦੇ ਆ, ਬਾਹਰ ਜਾ ਕੇ ਧੁਰਕਾ ਦਾ ਸੰਜਮ ਉਹਨਾਂ ਨੇ ਅਪਣਾ ਲਿਆ। ਕਿਉਂ? ਡਰ ਪਿੱਛੇ ਕਿ ਸਾਨੂੰ ਆਪਾਂ ਘਰ ਤੋਂ ਬਾਹਰ ਜਾਏਗੇ ਧੁਰਕਾ ਨੇ ਸਾਨੂੰ ਘੇਰ ਲੈਣਾ। ਗੁਰੂ ਸਾਹਿਬ ਨੇ ਕਿਹਾ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਵੱਲ ਦੇਖੋ। ਰਾਮਚੰਦਰ ਜੀ ਕੇਸਾਧਾਰੀ ਸੀ, ਸ਼ਸਤਰਧਾਰੀ ਸੀ। ਕ੍ਰਿਸ਼ਨ ਭਗਵਾਨ ਕੇਸਾਧਾਰੀ ਸੀ। ਕੇਸ਼ਵ ਇੱਕ ਨਾਮ ਹੁੰਦਾ ਕ੍ਰਿਸ਼ਨ ਜੀ ਦਾ, ਸ਼ਸਤਰਧਾਰੀ ਵੀ ਸੀ। ਤੁਹਾਡੇ ਹੀ ਜਿਹੜੇ ਵੱਡੇ ਵਡੇਰੇ ਹੋਏ ਆ, ਅਵਤਾਰ ਹੋਏ ਆ, ਉਹ ਕੇਸਾਂ ਦੇ ਸ਼ਸਤਰਧਾਰੀ ਸੀ। ਅੱਜ ਇੰਡੀਆ, ਅੱਜ ਹਿੰਦੁਸਤਾਨ ਦੇ ਲੋਕੋ, ਤੁਸੀਂ ਆਪਣਾ ਧਰਮ ਹੀ ਭੁੱਲ ਗਏ। ਜਾਗੈ ਧਰਮ ਹਿੰਦਕ ਧੁਰਕ ਧੁੰਦ ਭਾਜੈ। ਗੁਰੂ ਗਰੀਬ ਨਿਵਾਜ ਦਾ ਲਕਸ਼ ਕੀ ਹੈ ਕਿ ਹਰ ਹਿੰਦੁਸਤਾਨ ਵਿੱਚ ਹਰ ਇੱਕ ਮਨੁੱਖ ਦੇ ਉੱਤੇ ਕੇਸ ਹੋਏ, ਸਿਰ ਦੇ ਉੱਤੇ, ਤੇ ਉਹਦੇ ਹੱਥ ਵਿੱਚ ਸ਼ਸਤਰ ਹੋਏ। ਦੇਗ ਤੇਗ ਫਤਿਹ, ਦੇ ਤੇਗ ਜਗ ਮੈਂ ਪਰਵਰਿਓ, ਗੁਰੂ ਸਾਹਿਬ ਦਾ ਲਕਸ਼। ਗੁਰੂ ਸਾਹਿਬ ਦਾ ਲਕਸ਼ ਇਹ ਹੈ ਕਿ ਪੂਰਾ ਦੁਨੀਆ ਵਿੱਚ ਇਹ ਬੋਲਬਾਲਾ ਵੱਧ ਜਾਏ, ਗਊ ਗਰੀਬ ਦੀ ਰਕਸ਼ਾ ਹੋਏ। ਇਹ ਜਿਹੜਾ ਬਾਣੀ ਹੈ ਸਾਧ ਸੰਗਤ ਜੀ, ਬਚਿੱਤਰ ਨਾਟਕ, ਇਹ ਬੋਲਬਾਲੇ ਦੇ ਪ੍ਰਤੀਕ ਹੈ। ਇੱਥੋਂ ਸ਼ੁਰੂ ਹੁੰਦੀ ਕਹਾਣੀ। ਅਸਲ ਵਿੱਚ ਗੁਰੂ ਗਰੀਬ ਨਿਵਾਜ 15 ਸਾਲ ਦੇ ਸੀ ਜਦੋਂ ਬਚਿੱਤਰ ਨਾਟਕ ਆਰੰਭ ਕੀਤਾ ਉਹਨਾਂ ਨੇ, ਤੇ ਜਾ ਕੇ 32 ਸਾਲ ਵਿੱਚ ਇਹ ਸੰਪੂਰਨ ਹੋਈ ਬਾਣੀ। ਇਹਦੇ ਵਿੱਚ ਪਹਿਲੇ ਅਧਿਆਏ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਦੇ ਜਿਹੜਾ ਅਸਥੂਲ ਸਰੂਪ ਹੈ ਉਹਦਾ ਵਿਆਖਿਆ ਕੀਤੀ ਔਰ ਉਸਤਤ ਕੀਤੀ ਹੈ। ਫਿਰ ਦੂਜੇ ਅਧਿਆਏ ਵਿੱਚ ਮਾਨ ਕਹਿੰਦੇ ਹੁਣ ਮੈਂ ਆਪਣੀ ਕਥਾ ਸਾਧ ਸੰਗਤ ਤੁਹਾਨੂੰ ਦੱਸਾਂਗਾ। ਖਾਲਸਾ ਜੀ ਅਬ ਮੈਂ ਆਪਣਾ ਕਥਾ ਬਖਾਨੋ, ਹੁਣ ਮੈਂ ਆਪਣੀ ਕਥਾ ਤੁਹਾਨੂੰ ਦੱਸਾਂਗਾ ਸਾਧ ਸੰਗਤ ਜੀ, ਕਿਵੇਂ ਮੈਂ ਇਸ ਸੰਸਾਰ ਵਿੱਚ ਪ੍ਰਵੇਸ਼ ਹੋਇਆ, ਕਿਵੇਂ ਸਾਨੂੰ ਪਰਮਾਤਮਾ ਨੇ ਇਹ ਸਾਨੂੰ ਲਕਸ਼ ਦਿੱਤਾ ਦੁਨੀਆ ਵਿੱਚ ਆ ਕੇ ਸਾਧੂਆਂ ਦੀ ਰੱਖਿਆ ਕਰੋ। ਕੱਲ ਆਪਾਂ ਵਿਚਾਰ ਕੀਤੀ ਸੀ ਤੇ ਹੁਣ ਅੱਗੋਂ ਪ੍ਰਸੰਗ ਆਪਾਂ ਤੋਰਾਂਗੇ, ਕਿਉਂਕਿ ਸਮਾਂ ਸਾਡੇ ਕੋਲ 3 ਦਿਨਾਂ ਦਾ ਹੀ ਹੈ। ਤਿੰਨ ਦਿਨਾਂ ਵਿੱਚ ਜਿੰਨਾ ਹੀ ਹੋ ਸਕਦੇ ਗੁਰੂ ਕਿਰਪਾ ਨਾਲ ਉਨਾ ਹੀ ਕਰ ਸਕਦੇ ਹਾਂ। ਕੱਲ ਜਿਹੜਾ ਪ੍ਰਸੰਗ ਸੀ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਓਅੰਕਾਰ ਤੋਂ, ਕਿ ਪਹਿਲੋਂ ਸ੍ਰਿਸ਼ਟੀ ਜਿਹੜੇ ਬਣੀ ਓਅੰਕਾਰ ਤੋਂ। ਬਾਅਦ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੇ ਮੱਧ ਤੇ ਘਟ ਦੈਂਤ ਸੀ ਦੋ, ਇਹਨਾਂ ਨੂੰ ਪਰਮਾਤਮਾ ਨੇ ਘਾਟ ਕੀਤਾ, ਪਰਮਾਤਮਾ ਨੇ ਇਹਨਾਂ ਨੂੰ ਮਾਰ ਦਿੱਤਾ। ਪਰਮਾਤਮਾ ਨਾਮ ਪੈ ਗਿਆ ਮਧੂਸੂਦਨ। ਮਧੂਸੂਦਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਵਿੱਚ ਵੀ ਆਉਂਦੇ ਆ। ਮਧੂਸੂਦਨ ਹਰ ਮਾਂ ਦੋ ਪ੍ਰਾਨਾ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ। ਕਿ ਹੇ ਪਰਮਾਤਮਾ ਤੂੰ ਮਧੂਸੂਦਨ ਆ, ਤੂੰ ਮੱਧ ਕੈਟਵ ਨੂੰ ਮਾਰਨ ਵਾਲਾ। ਔਰ ਇਹੀ ਵਿਆਖਿਆ ਗੁਰੂ ਗਰੀਬ ਨਿਵਾਜ ਨੇ ਕੀਤੀ ਹੈ। ਹੁਣ ਗੁਰੂ ਸਾਹਿਬ ਆਪਣੀ ਸੋਢੀ ਕੁਲ ਦੀ ਵਿਆਖਿਆ ਕਰੇਗੀ ਕਿ ਸੋਢੀ ਕੁਲ ਕਿਵੇਂ ਸ਼ੁਰੂ ਹੋਈ ਹੈ, ਕਿਉਂ ਕੁਲਾਂ ਦੀ ਕਿੱਥੇ ਗੱਲ ਆ ਗਈ। ਸਾਧ ਸੰਗਤ ਜੀ, ਜਿਸ ਕੁਲ ਵਿੱਚ ਗੁਰੂ ਗਰੀਬ ਨਿਵਾਜ ਨੇ ਅਵਤਾਰ ਧਾਰਨ ਕੀਤਾ, ਕੋਈ ਉਸ ਅਸਥਾਨ ਵਿੱਚ ਪ੍ਰਵੇਸ਼ ਹੋਏ ਕੋਈ ਗੱਲ ਜ਼ਰੂਰ ਹੈ। ਤਨ ਤਨ ਪਿਤਾ, ਤਨ ਤਨ ਕੁਲ, ਤਨ ਤਨ ਉਹ ਜਨਨੀ ਜਿਨ ਗੁਰੂ ਜਨਨਿਆ ਮਾਏ। ਉਹ ਕੁਲ ਧਨ ਹੈ, ਉਹ ਪਿਤਾ ਧਨ ਹੈ, ਉਹ ਮਾਤਾ ਧਨ ਹੈ। ਉਹਦਾ ਇਤਿਹਾਸ ਸੁਣਨਾ ਸਾਡਾ ਫਰਜ਼ ਹੈ। ਕਿਉਂ ਆਪਾਂ ਉਹ ਗੁਰੂ ਦੇ ਵਾਰਿਸ ਹਾਂ, ਆਪਾਂ ਉਹ ਗੁਰੂ ਦੇ ਸਿੱਖ ਹਾਂ, ਤੇ ਸਾਨੂੰ ਚਾਹੀਦਾ ਕਿ ਉਹ ਸਾਨੂੰ ਪਤਾ ਹੋਏ ਕਿ ਪਰਮੇਸ਼ਰ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸ ਕੁਲ ਵਿੱਚ ਅਵਤਾਰ ਉਤਾਰਿਆ, ਕਿਉਂ ਉਤਾਰਿਆ।
ਗੁਰੂ ਗਰੀਬਨਵਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੋਢੀ ਕੁੱਲ ਵਿੱਚ ਕਿਉਂ ਅਵਤਾਰ ਧਾਰਿਆ, ਉਹਦੀ ਕਥਾ ਹੁਣ ਆਪਾਂ ਸੁਣਾਂਗੇ ਸਾਧ ਸੰਗਤ ਜੀ। ਕਈ ਪ੍ਰਸੰਗ ਸਾਨੂੰ ਨਹੀਂ ਸਮਾਂ ਹੈਗਾ ਉਹਦਾ ਵਿਆਖਿਆ ਕਰਨੀ, ਇਸ ਕਰਕੇ ਦਾਸ ਤੂਕ ਮਾਤਰ ਉਹਦਾ ਸੂਖਸ਼ਮ ਰੂਪ ਵਿੱਚ ਆਪ ਜੀ ਨਾਲ ਸਾਂਝੇ ਕਰੇਗਾ। ਇਸ ਅਧਿਆਏ ਵਿੱਚ ਗੁਰੂ ਸਾਹਿਬ ਨੇ ਕਿਹਾ ਸੋਢੀ ਕੁੱਲ ਕਿਵੇਂ ਸ਼ੁਰੂ ਹੋਈ। ਕਹਿੰਦੇ ਆ ਕਿ ਇੱਕ ਦਸ਼ਰਥ ਰਾਜਾ ਹੋਇਆ। ਦਸ਼ਰਥ ਰਾਜਾ ਦੇ ਅੱਗੇ ਉਹਨਾਂ ਦੇ ਸੁਪੁੱਤਰ ਹੋਏ ਰਾਮਚੰਦਰ ਜੀ। ਰਾਮਚੰਦਰ ਜੀ ਅੱਗੇ ਦੋ ਉਹਨਾਂ ਦੇ ਸੁਪੁੱਤਰ ਹੋਏ ਲਵ ਤੇ ਕੁਸ਼। ਲਵ ਤੇ ਕੁਸ਼ ਦੋਨੋਂ ਰਾਜੇ ਬਣੇ। ਲਵ ਨੇ ਆਪਣਾ ਸ਼ਹਿਰ ਵਸਾ ਲਿਆ ਲਾਹੌਰ, ਤੇ ਕੁਸ਼ ਨੇ ਆਪਣਾ ਸ਼ਹਿਰ ਵਸਾ ਲਿਆ ਕਸੂਰ। ਬਾਅਦ ਵਿੱਚ ਬੜੇ ਪੀਰੀਆਂ ਨੇ ਅੱਗੇ ਆਈਆਂ, ਆਪਸ ਵਿੱਚ ਲੜਾਈ ਝਗੜਾ ਵੀ ਹੋਇਆ। ਲੜਾਈ ਝਗੜਾ ਉਪਰੰਤ ਹੁਣ ਇੱਥੋਂ ਪ੍ਰਸੰਗ ਸ਼ੁਰੂ ਹੋਏਗਾ। ਆਓ ਸਾਧ ਸੰਗਤ ਜੀ ਆਪਣੇ ਮਨ ਚਿੱਤ ਪ੍ਰਤੀ ਇਕਾਗਰ ਕਰੋ, ਅਸੀਸਾਂ ਬਖਸ਼ੋ ਕਿ ਬਖਤੇ ਤੇ ਸਰੋਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਕਥਾ ਆਪ ਸੰਪੂਰਨ ਕਰਨਾ। ਆਓ ਸਾਧ ਸੰਗਤ ਜੀ ਇਕਾਗਰਚਿਤ ਹੋ ਕੇ ਆਖਣਾ ਕਰਨੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ ਲਵੇ ਸਰਬ ਜੀਤੇ ਕੁਸੀ ਸਰਬ ਹਾਰੇ। ਜਿਹੜੇ ਲਾਹੌਰ ਵਾਸੀ ਸਨ ਲਵੀ ਵਾਲੇ, ਇਹਨਾਂ ਨੂੰ ਬਾਅਦ ਵਿੱਚ ਸੋਢੀ ਕੁੱਲ ਆਖਿਆ ਗਿਆ ਸੀ, ਕਿਉਂਕਿ ਇਹਨਾਂ ਨੇ ਪ੍ਰਣਾਲੀਆਂ ਵਿੱਚੋਂ ਇੱਕ ਸੋਢੀ ਰਾਏ ਹੋਇਆ, ਉੱਥੋਂ ਸੋਢੀ ਕੁੱਲ ਮਸ਼ਹੂਰ ਹੋ ਗਿਆ। ਲਵੀ ਵਾਲੇ ਜਿਹਨੂੰ ਲਾਹੌਰ ਉਹਨਾਂ ਨੂੰ ਵਾਸਾ ਸੀ, ਇਹਨਾਂ ਨਾਲ ਜੰਗ ਜੁੱਧ ਹੋਇਆ ਤੇ ਗੁਰੂ ਸਾਹਿਬ ਬੇਨਤੀ ਕਰਦੇ, ਫਿਰ ਪੰਕਤੀ ਪੜੋ ਜੀ। ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਲਵੀ ਲਾਹੌਰ ਵਾਲੇ ਉਹ ਸਾਰੇ ਜਿੱਤ ਗਏ ਤੇ ਕੁਸੀ ਵਾਲੇ ਹਾਰ ਗਏ। ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ। ਜੇ ਬਲੀ ਸੂਰਮੇ ਬਚ ਗਏ ਸੀ ਉਹ ਪ੍ਰਾਨ ਲੈ ਕੇ ਸਿਧਾਰ ਗਏ, ਭਾਵ ਉਹ ਸਥਾਨ ਤਜ ਗਏ। ਚਤੁਰ ਵੇਦ ਪਠਿਅੰ ਕੀਓ ਕਾਸ ਬਾਸੰ। ਜਿਹੜੇ ਕਸ਼ੂ ਵਾਲੇ ਸਨ ਉਹ ਫਿਰ ਬੇਦੀ ਉਹ ਕਾਂਸ਼ੀ ਵਿਖੇ ਨਿਵਾਸ ਕਰਨ ਲੱਗ ਪਏ। ਉੱਥੇ 4 ਵੇਦਾਂ ਦਾ ਪਾਠ ਉਹਨਾਂ ਨੇ ਸਿੱਖਿਆ, ਪਾਠੀ ਬਣ ਗਏ। ਅਸਲ ਵਿੱਚ ਕਾਂਸ਼ੀ ਵਿੱਚ ਉਹ ਇੱਕ ਸਥਾਨ ਹੈ ਜਿੱਥੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਉਹ ਸਿਖਾਏ ਜਾਂਦੇ ਆ ਹਜੇ ਵੀ। ਕਾਂਸ਼ੀ ਇਜ਼ ਅ ਹੈਡ ਦ ਸੈਂਟਰਲ ਆਫ ਲਰਨਿੰਗ ਵਿਦਿਆ ਇਨ ਇੰਡੀਆ। ਲਵੀ ਜਿਹਨੂੰ ਆਪਾਂ ਸੋਢੀ ਕੁੱਲ ਕਹਿੰਦੇ ਆ, ਉਹਨਾਂ ਨੇ because their ancestors they came and they had fights, they won the fight। ਜਿਹੜੇ ਕੁਸ਼ੀ ਵਾਲੇ ਉਹ ਹਾਰ ਗਏ, because of that they were kicked out of ਪੰਜਾਬ ਤੋਂ ਜਦੋਂ ਧੱਕੇ ਮਾਰ ਕੇ ਉਹਨਾਂ ਨੂੰ ਨਿਕਾਲੇ ਗਏ, ਉਹ ਫਿਰ ਕਾਂਸੀ ਵਿੱਚ ਬਾਸ ਕੀਤਾ। 4 ਵੇਦਾਂ ਦੇ ਪਾਠੀ ਬਣ ਗਏ। ਕਨੇ ਬਰਖ ਕੀਨੇ ਤਹਾ ਹੀ ਨਿਵਾਸੰ। ਬਹੁਤ ਹੀ ਦੇਰ ਵਾਸਤੇ ਕਾਫੀ ਦੇਰ ਵਾਸਤੇ ਉੱਥੇ ਉਹਨਾਂ ਨੇ ਨਿਵਾਸ ਕੀਤਾ ਕਾਂਸ਼ੀ ਵਿੱਚ। ਜਿਨੈ ਵੇਦ ਪਠਿਓ ਸੋ ਬੇਦੀ ਕਹਾਏ। ਕਿਉਂਕਿ ਵੇਦਾਂ ਦਾ ਪਾਠੀ ਬਣ ਕੇ ਇਹਨਾਂ ਦਾ ਨਾਮ ਬੇਦੀ ਬਣ ਗਿਆ। ਤਿਨੈ ਧਰਮ ਕੇ ਕਰਮ ਨੀਕੇ ਚਲਾਏ। ਇਹਨਾਂ ਨੇ ਧਰਮ ਦੇ ਕਰਮ ਬੜੇ ਸੋਹਣੇ ਸੁਚੱਜੇ ਤਰੀਕੇ ਨਾਲ ਚਲਾ ਦਿੱਤੇ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੇਦੀ ਕੁਲ ਵਿੱਚ ਅਵਤਾਰ ਧਾਰਿਆ। ਇੱਥੋਂ ਬੇਦੀਆਂ ਕੁਲਾਂ ਦੀ ਇੱਥੇ ਉਹ ਬੇਦੀਆਂ ਕੁਲਾਂ ਦੀ ਉਤਪਤੀ ਹੁੰਦੀ ਹੈ। ਹਾਂਜੀ। ਪਠੇ ਕਾਗਦੰ ਮਦਰ ਰਾਜਾ ਸੁਧਾਰੰ। ਬਾਅਦ ਵਿੱਚ ਕਾਫੀ ਸਮਾਂ ਬਾਅਦ ਵਿੱਚ ਪੀੜ੍ਹੀਆਂ ਤੋਂ ਪੀੜ੍ਹੀਆਂ ਅੱਗੇ ਆਉਣ ਲੱਗ ਪਈਆਂ, ਤੇ ਜਿਹੜੇ ਲਾਹੌਰ ਵਾਸੀ ਸਨ ਉਹ ਸੋਚਣ ਲੱਗ ਪਏ ਕਿ ਸਾਡੇ ਜਿਹੜੇ ਬਜ਼ੁਰਗ ਲੜਾਈ ਪਿੱਛੇ ਮਰ ਗਏ ਸਨ, ਤੇ ਜਿਹੜੇ ਸਾਡੇ ਭਰਾ ਸੀ ਉਹ ਫਿਰ ਉੱਥੇ ਕਾਂਸ਼ੀ ਵਿੱਚ ਵਾਸ ਕਰਦੇ, ਕਿਉਂ ਨਾ ਆਪਾਂ ਇਹਨਾਂ ਨੂੰ ਇੱਕ ਚਿੱਠੀ ਭੇਜੀਏ, ਇਹਨਾਂ ਨੂੰ ਮਾਫੀ ਮੰਗੀਏ ਕਿ ਤੁਸੀਂ ਹੁਣ ਆਪਾਂ ਭਰਾ ਹੀ ਆ, ਤੁਸੀਂ ਆਪਾਂ ਇਕੱਠੇ ਹੋ ਜਾਈਏ। ਆਪੋ ਆਪ ਮੋ ਬੈਰ ਭਾਵੰ ਵਿਸਾਰੰ। ਤੇ ਸਾਡੇ ਵਿੱਚ ਜਿਹੜਾ ਵੈਰ ਵਿਰੋਧ ਸੀ ਆਪਾਂ ਉਹਨੂੰ ਵਿਸਾਰ ਦਈਏ। ਨਿਰਭੰਗ ਮੁਕਲਿਅੰਗ ਦੂਤ ਸੋ ਕਾਸ ਆਯੰ। ਲਾਹੌਰ ਦੇ ਰਾਜੇ ਨੇ ਫਿਰ ਇੱਕ ਚਿੱਠੀ ਤਿਆਰ ਕੀਤੀ ਤੇ ਆਪਣੇ ਦੂਤ ਨੂੰ, ਆਪਣੇ ਮੈਸੇਂਜਰ ਨੂੰ ਦੇ ਦਿੱਤਾ। ਸਭੈ ਵੇਦਿਅੰਗ ਭੇਦ ਪਾਖੇ ਸੁਣਾਇੰ। ਤੇ ਆਪਣੇ ਉੱਥੇ ਕਾਂਸ਼ੀ ਵਿਖੇ ਪਹੁੰਚਾ ਦਿੱਤਾ। ਜਦੋਂ ਬੇਦੀਆਂ ਦੇ ਹੱਥ ਵਿੱਚ ਉਹ ਚਿੱਠੀ ਆਈ
ਫਿਰ ਬੇਦੀਆਂ ਨੇ ਪਰਕੇ। ਸਭੈ ਵੇਦ ਪਾਠੀ ਚਲੇ ਮੁਦਰ ਦੇਸੰ। ਫਿਰ ਸਾਰੇ ਜਿਹੜੇ ਵੇਦਾਂ ਦੇ ਪਾਠੀ ਸੀ, ਭਾਵ ਕਿ ਬੇਦੀ ਕੁਲ ਸੀ, ਉਹ ਫਿਰ ਮਦਰ ਦੇਸ਼ ਵੱਲ ਚੱਲ ਪਏ। ਪ੍ਰਣਾਮੰ ਕੀਓ ਆਨ ਕਹਿ ਕੈ ਨਰੇਸੰ। ਮਦਰ ਦੇਸ਼ ਮਤਲਬ ਪੰਜਾਬ ਦਾ ਨਾਮ। ਇਹ ਦਰਅਸਲ ਪੰਜਾਬ ਦੀ ਹੀ ਗਾਥਾ ਹੈ, ਇਹ ਪੰਜਾਬ ਦੀ ਹੀ ਸਾਖੀ ਹੈ ਕਿ ਉਹ ਪੰਜਾਬ ਇੱਕ ਮਹਾਨ ਧਰਤੀ ਹੈ। ਪੰਜਾਬ ਵਿੱਚ ਹੀ ਗੀਤਾ ਦਾ ਉਚਾਰਨ ਹੋਇਆ, ਪੰਜਾਬ ਵਿੱਚ ਹੀ ਮਹਾਨ ਜੰਗ ਯੁੱਧ ਹੋਏ ਹਨ, ਪੰਜਾਬ ਵਿੱਚ ਹੀ ਮਹਾਨ ਅਵਤਾਰ ਹੋਏ ਹਨ। ਇੱਕ ਐਸੀ ਧਰਤੀ ਜੋ ਇੰਨੀ ਪਵਿੱਤਰ ਹੈ ਪੰਜਾਬ। ਤੇ ਇੱਥੇ ਹੀ ਗੁਰੂ ਸਾਹਿਬ ਕਹਿ ਰਹੇ ਕਿ ਉਹ ਫਿਰ ਮਦਰ ਦੇਸ਼ ਕੇ ਫਿਰ ਪੰਕਤੀ ਪੜੋ। ਪ੍ਰਣਾਮੰ ਕੀਓ ਆਨ ਕਹਿ ਕੈ ਨਰੇਸੰ। ਜਦੋਂ ਬੇਦੀ ਕੋਲਾਂ ਵਾਲੇ ਆਏ ਪੰਜਾਬ ਵਿੱਚ, ਉਹਨਾਂ ਨੇ ਫਿਰ ਪ੍ਰਣਾਮ ਕੀਤਾ ਰਾਜਿਆਂ ਨੂੰ। ਤੁਨਗ ਵੇਦ ਕੀ ਭੂਪ ਤਾਂਤੇ ਕਰਾਈ। ਤੇ ਜਿਹੜੇ ਭੂਪ ਸਨ, ਜਿਹੜੇ ਰਾਜੇ ਸਨ ਲਾਹੌਰ ਵਾਸੀ, ਉਹ ਕਹਿੰਦੇ ਤੁਸੀਂ ਸਾਨੂੰ ਵੇਦਾਂ ਦਾ ਪਾਠ ਸੁਣਾਓ ਜੀ। ਸਭੈ ਪਾਸ ਬੈਠੇ ਸਭਾ ਬੀਚ ਭਾਈ। ਉਹ ਸਭਾ ਵਿੱਚ ਸਾਰੇ ਬਾਸ ਬੈਠੇ ਸੀ, ਲਵੀ ਵਾਲੇ, ਕੁਸ਼ੂ ਵਾਲੇ, ਭਾਵ ਕਿ ਸੋਢੀ ਕੋਲ ਵੀ ਬੈਠੇ ਸੀ ਤੇ ਬੇਦੀ ਕੋਲ ਵੀ ਬੈਠੀ ਸੀ। ਪੜ ਸਾਮ ਵੇਦੰਗ ਜੁਜਰ ਬੇਬ ਕਥੰ। ਫਿਰ ਬੇਦੀਆਂ ਨੇ ਪਾਠ ਸ਼ੁਰੂ ਕੀਤਾ, ਜਜਰ ਵੇਦ ਸ਼ੁਰੂ ਕੀਤਾ। ਹਾਂਜੀ, ਰਿਗੰਗ ਵੇਦ ਪਠਯੰ ਕਰੇ ਪਾਵ ਹਥੰ। ਰਿਗੰਗ ਵੇਦ ਵੀ ਪੜਿਆ, 4 ਵੇਦ ਹੁੰਦੇ ਆ ਜੀ, ਇਸ ਕਰਕੇ 3 ਵੇਦ ਦਾ ਪਾਠ ਹੋ ਗਏ। ਰਸਾਵਲ ਛੰਦ ਅਥਰ ਵੇਦ ਪਠਯੰ। ਹੁਣ ਚੌਥਾ ਵੇਦ ਅਥਰਵਨ ਵੇਦ ਵੀ ਪੜ ਲਿਆ ਉਹਨਾਂ ਨੇ। ਸੁਣੰਗ ਪਾਪ ਨਠਯੰ। ਜਿਹਨੇ ਸੁਣ ਕੇ ਲਾਹੌਰ ਵਾਸੀ ਰਾਜਿਆਂ ਦੇ ਪਾਪ ਨੱਠ ਗਏ। ਰਹਾਰੀ ਜ ਰਾਜਾ। ਤੇ ਜੇ ਰਾਜੇ ਸਨ ਉਹ ਬਹੁਤ ਰੱਜ ਗਏ, ਆਨੰਦ ਵਿੱਚ ਹੋ ਗਏ। ਦਿਆ ਸਰਬ ਸਾਜਾ। ਇੰਨੇ ਆਨੰਦ ਵਿੱਚ ਆ ਗਏ, ਰਾਜੇ ਕਹਿੰਦੇ ਹੇ ਵੇਦਿਓ, ਤੁਹਾਨੂੰ ਆਪਾਂ ਰਾਜ ਸਾਜ ਦਿੰਦੇ ਹਾਂ, ਪੰਜਾਬ ਦਾ ਰਾਜ ਹੁਣ ਤੁਹਾਨੂੰ ਸੌਂਪਿਆ। ਲਿਓ ਬਾਨ ਬਾਸੰ। ਫਿਰ ਆਪ ਸੋਢੀ ਕੁਲਾਂ ਵਾਲੇ, ਸੋਢੀ ਕੁਲ ਰਾਜੇ ਨੇ ਬਾਨਵਾਸ ਕਰ ਲਿਆ, ਭਾਵ ਕਿ ਜੰਗਲਾਂ ਵਿੱਚ ਵਾਸਾ ਕਰ ਲਿਆ। ਮਹਾ ਪਾਪ ਨਾਸੰ। ਕਿਉਂਕਿ ਉਹਨਾਂ ਨੇ ਇੰਨੇ ਵੱਡੇ ਜਿਹੜੇ ਪਾਪ ਸੀ, ਭਾਵ ਕਿ ਦੁੱਖ ਸੀ, ਕਲੇਸ਼ ਸੀ, ਉਹ ਨਾਸ਼ ਹੋ ਗਏ ਵੇਦਾਂ ਦਾ ਪਾਠ ਸੁਣ ਕੇ। ਰਿਖੰ ਪੇਸ ਕੀਯੰ। ਤੇ ਉਹਨਾਂ ਨੇ ਇੱਕ ਰਿਖੰਗ ਵੇਸ਼ ਧਾਰਨ ਕਰਤਾ, ਭਾਵ ਕਿ ਸਾਧੂਆਂ ਦੇ ਵੇਸ਼ ਧਾਰਨ ਕਰਤਾ, ਤਿਸੈ ਰਾਜ ਦੀਯੰ। ਤੇ ਆਪਣਾ ਰਾਜ ਬੇਦੀ ਕੁਲਾਂ ਵਾਲਿਆਂ ਨੂੰ ਦੇ ਦਿੱਤਾ। ਰਹੇ ਹੋਰ ਲੋਗੰ। ਜਿਹੜੇ ਬਾਕੀ ਜਿਹੜੇ ਲੋਕ ਸੀ ਪੰਜਾਬ ਦੇ, ਉੱਥੇ ਹੀ ਰਹੇ। ਤਜੇ ਸਰਬ ਸੋਗੰ। ਤੇ ਪਰ ਉਹਨਾਂ ਨੇ ਬਹੁਤ ਆਨੰਦ ਮਿਲ ਗਿਆ ਕਿ ਸਾਡੇ ਜਿਹੜੇ ਰਾਜੇ ਇੰਨੇ ਮਹਾਨ ਹੋ ਗਏ ਕਿ ਰਾਜ ਸਾਜ ਛੱਡ ਕੇ ਬੇਦੀ ਕੁਲ ਨੂੰ ਇਹ ਰਾਜ ਦਿੱਤਾ। ਤਨੰਗ ਤਾਮ ਤਿਆਗੇ। ਆਪਣਾ ਧਨੰ ਤਾਮ, ਆਪਣਾ ਪੈਸਾ, ਸੰਪਤੀ, ਘਰ-ਬਾਰ ਸਭ ਕੁਝ ਛੱਡ ਦਿੱਤਾ ਇਹ ਲਾਹੌਰ ਵਾਸੀ ਰਾਜਿਆਂ ਨੇ। ਪ੍ਰਭੰ ਪ੍ਰੇਮ ਪਾਗੇ। ਤੇ ਆਪਣੇ ਪ੍ਰਭੂ ਪ੍ਰਮਾਤਮਾ ਨਾਲ ਪ੍ਰੇਮ ਨਾਲ ਜੁੜ ਪਏ। ਅੜਿਲ ਬੇਦੀ ਪਏ ਪ੍ਰਸੰਨ ਰਾਜ ਕਹਿ ਪਾਏ ਕੈ। ਬੇਦੀਆਂ ਬਹੁਤ ਖੁਸ਼ੀ ਮਿਲੀ ਬੇਦੀਆਂ ਨੂੰ, ਰਾਜ ਪਾਏ ਕੈ। ਦੇਤ ਬਿਓ ਵਰਦਾਨ ਹੀ ਹੈ ਹੁਸ ਲਾਇ ਕੈ। ਆਪਣੇ ਹਿਰਦੇ ਵਿੱਚ ਇਹਨਾਂ ਆਨੰਦ ਆਇਆ ਉਹਨਾਂ ਨੇ ਫਿਰ ਇੱਕ ਵਰਦਾਨ ਦਿੱਤਾ, ਇੱਕ ਵਰ ਦਿੱਤਾ ਲਾਹੌਰ ਵਾਸੀ ਰਾਜਿਆਂ ਨੂੰ। ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ। ਬੇਦੀਆਂ ਨੇ ਕਿਹਾ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਕਲ ਯੁੱਗ ਵਿੱਚ ਆ ਕੇ ਪ੍ਰਵੇਸ਼, ਕਿਉਂਕਿ ਇਹ ਪੁਰਾਣੇ ਯੁਗਾਂ ਦਾ ਸਮਾਂ ਹੈਗਾ ਜਿੱਥੇ ਗੁਰੂ ਸਾਹਿਬ ਸਾਨੂੰ ਦੱਸ ਰਿਹਾ। ਗੁਰੂ ਸਾਹਿਬ ਨੇ ਮੁੱਢ ਤੋਂ ਹੀ ਕਥਾ ਸ਼ੁਰੂ ਕੀਤੀ ਕਿ ਬੇਦੀ ਕੁਲ, ਸੋਢੀ ਕੁਲ ਦਾ ਕੀ ਇਤਿਹਾਸ ਹੈ। ਤੇ ਹੁਣ ਕਹਿ ਰਹੇ ਕਿ ਉਸ ਵੇਲੇ ਜਿਹੜੇ ਬੇਦੀ ਕੁਲ ਵਾਲੇ ਸੀ, ਉਹਨਾਂ ਨੇ ਇੱਕ ਵਰਦਾਨ ਦਿੱਤਾ ਸੋਢੀ ਕੁਲ ਵਾਲੇ ਨੂੰ। ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਯੁੱਗ ਵਿੱਚ ਆਏਗੇ, ਇਹ ਹਿੰਦੁਸਤਾਨ ਦੇ ਗ੍ਰੰਥਾਂ ਵਿੱਚ ਲਿਖਿਆ ਗਿਆ ਸੀ ਕਿ ਇੱਕ ਅਵਤਾਰ ਸਤਿਗੁਰੂ ਨਾਨਕ ਦੇਵ ਜੀ ਆਏਗੇ। ਕਹਿੰਦੇ ਜਦੋਂ ਸਤਿਗੁਰੂ ਜੀ ਨਾਨਕ ਦੇਵ ਜੀ ਆਏਗੇ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੋਂ ਬਾਅਦ ਸੋਢੀ ਕੁਲ ਜੀ ਤੁਹਾਡੀ ਵਾਰੀ ਆਏਗੀ, ਤੁਹਾਨੂੰ ਪੂਜਾ ਮਿਲੇਗੀ, ਤੁਹਾਨੂੰ ਹੀ ਸਤਿਕਾਰ ਮਿਲੇਗਾ। ਦੋਹਰਾ ਲਵੀ ਰਾਜ ਦੇ ਬਨ ਗਏ ਬੇਦਿයਨ ਕੀਨੋ ਰਾਜ। ਲਵੀ ਰਾਜਿਆਂ ਨੇ ਫਿਰ ਸੋਢੀ ਕੁਲ ਨੇ ਫਿਰ ਉਹ ਜੰਗਲਾਂ ਵਿੱਚ ਲਗੇ ਤੇ ਬੇਦੀ ਕੁਲ ਨੂੰ ਰਾਜ ਦਿੱਤਾ। ਭਾਂਤ ਭਾਂਤ ਤਿਨ ਭੋਗਿਅੰ ਪੂਅਕਾ ਸਗਲ ਸਮਾਜ। ਭਾਂਤ ਬੜੇ ਵੱਖਰੇ ਤਰੀਕੇ ਨਾਲ ਉਹਨਾਂ ਨੇ ਭੋਗ ਕੀਤਾ ਉਸ ਰਾਜ ਦਾ। ਚੌਪਈ ਤ੍ਰਿਤਿਆ ਵੇਦ ਸੰਭੋ ਤੁਮ ਕੀਆ। ਮਹਾਰਾਜ ਫਿਰ ਉਹ ਸੂਖਸ਼ਮ ਵਿਚਾਰ ਫਿਰ ਦੱਸਦੇ, ਜਦੋਂ 3 ਵੇਦਾਂ ਦਾ ਪਾਠ ਇਹ ਸੋਢੀ ਕੁਲ ਨੇ ਸੁਣਿਆ, ਚਤੁਰ ਵੇਦ ਸੰਪੂ ਕੋ ਦਿਆ। ਚੌਥਾ ਵੇਦ ਸੁਣ ਕੇ ਇਹਨਾਂ ਨੇ ਰਾਜ ਹੀ ਦੇ ਦਿੱਤਾ ਬੇਦੀ ਕੁਲ ਨੂੰ। 3 ਜਨਮ ਹਮ ਹੂ ਜਬ ਤਰ ਹੈ। ਤੇ ਬੇਦੀ ਕੁਲ ਨੇ ਕਿਹਾ 3 ਜਨਮ
ਇਸ ਕੁਲ ਵਿੱਚ ਹੋਏ ਕਿ ਗੁਰੂ ਸਾਹਿਬ ਦੇ ਚੌਥੇ ਜਨਮ ਗੁਰੂ ਤੋਹਿ ਕਰਹਿ। ਫਿਰ ਚੌਥੇ ਜਨਮ ਵਿੱਚ ਤੁਹਾਨੂੰ ਗੁਰੂ ਬਣਾਏਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਬਚਨ ਦਾ ਕਿ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਕੁਲ ਦੇ ਮਹਾਨ ਅਵਤਾਰ ਹਨ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਲੋ ਗੁਰਬਾਣੀ ਵਿੱਚ ਇਹ ਜ਼ਿਕਰ ਕੀਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸ਼ੁਭ ਵੰਸ ਪ੍ਰਧਾਨਾ ਪੂਰਬ ਪਠੈ ਦੀਏ ਜਨ ਆਇਸ ਤਿਨ ਸਭ ਆਪਨ ਆਪਨ ਮਤ ਉਰਜਾਨਾ। ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਸ਼ੁਭ ਵੰਸ ਹੈ ਨਹੀਂ ਬੇਦੀ ਕੁਲ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਉਹਦਾ ਹੀ ਇਤਿਹਾਸ ਗੁਰੂ ਸਾਹਿਬ ਇੱਥੇ ਪ੍ਰਗਟ ਕਰ ਰਹੇ ਹਨ। ਹਾਂਜੀ, ਉਤ ਰਾਜਾ ਕਾਨਨ ਹੈ ਸਿਦਾਇਓ। ਉਹ ਫਿਰ ਜਿਹੜੇ ਰਾਜੇ ਸਨ, ਉਤ ਰਾਜਾ ਕਾਨ ਹੈ, ਫਿਰ ਪੜ੍ਹੀਓ ਪੰਕਤੀ। ਉਤ ਰਾਜਾ ਕਾਨਨ ਹੈ ਸਿਦਾਇਓ। ਉਹ ਰਾਜਾ ਫਿਰ ਜਿਹੜੇ ਰਾਜੇ ਸਨ ਉਹ ਚਲ ਗਏ ਸੀ ਜੰਗਲ ਵਿੱਚ। ਇਤ ਇਨ ਰਾਜ ਕਰਤ ਸੁਖ ਪਾਇਓ। ਇਸ ਤਰੀਕੇ ਨਾਲ ਰਾਜ ਉਹਨਾਂ ਨੇ ਭੋਗਿਆ ਬੇਦੀ ਕੁਲ ਵਾਲਿਆਂ ਨੇ। ਕਹਾ ਲਗੇ ਕਰ ਕਥਾ ਸੁਣਾਓ। ਖਾਲਸਾ ਜੀ, ਗੁਰੂ ਸਾਹਿਬ ਕਹਿੰਦੇ ਖਾਲਸਾ ਜੀ ਕਿਸੇ ਤੱਕ ਮੈਂ ਤੁਹਾਨੂੰ ਇਹ ਕਥਾ ਸੁਣਾਵਾਂ। ਗ੍ਰੰਥ ਪੜਨ ਤੇ ਅਧਿਕ ਡਰਾਉ। ਮੈਂ ਡਰਦਾ ਹਾਂ ਕਿ ਇਹ ਗ੍ਰੰਥ ਬਹੁਤ ਵੱਡਾ ਹੋ ਜਾਏਗਾ। ਨਰਾਜ ਛੰਦ ਬਹੁਰ ਵਿਖਾਦ ਬਾਦਿਅੰ। ਕਾਫੀ ਸਮਾਂ ਬਾਅਦ ਕਲਯੁਗ ਦਾ ਪਹਿਰਾ ਵਰਤ ਗਿਆ। ਬੇਦੀਆਂ ਦੇ ਕੁਲ ਵਿੱਚ ਕਲੇਸ਼ ਪੈਣਾ ਪੈ ਗਿਆ। ਕਿਨੀ ਨਾ ਤਾਹੇ ਸਾਧਿਅੰ। ਕਿਸੇ ਕੋ ਕਲੇਸ਼ ਸਾਫ਼ ਨਹੀਂ ਹੋਇਆ, ਠੀਕ ਨਹੀਂ ਹੋਇਆ, ਸਾਧ ਨਹੀਂ ਹੋਇਆ ਕਿਸੇ ਨੂੰ ਕਿਸੇ ਕੋਲ। ਕਰਮ ਕਾਲ ਯੋ ਪਈ। ਕਾਲ ਪੁਰਖ ਦੇ ਇਸੇ ਤਰੀਕੇ ਨਾਲ ਕੋਈ ਕਰਮ ਪੈ ਗਏ ਜਿਸ ਨਾਲ ਇਹ ਕਲੇਸ਼ ਵੱਧ ਗਿਆ। ਸੁਕੂਮ ਬੰਸ ਤੇ ਗਈ। ਤੇ ਬੇਦੀ ਕੋਲਾਂ ਤੋਂ ਹੱਥੋਂ ਪੰਜਾਬ ਦਾ ਜਿਹੜਾ ਰਾਜ ਸੀ ਉਹ ਹੱਥੋਂ ਨਿਕਲ ਗਿਆ। ਭਾਵ ਕਿ ਬਾਅਦ ਵਿੱਚ ਹੌਲੀ ਹੌਲੀ ਕਰਦੇ ਮੁਗਲਾਂ ਪਠਾਨਾਂ ਦਾ ਰਾਜ ਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਵਤਾਰ ਧਾਰਿਆ ਸੀ। ਕਹਿੰਦੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਉੱਡ ਰਿਹਾ। ਇਹ ਕਲਯੁਗ ਵਿੱਚ ਇੰਨਾ ਭਿਆਨਕ ਘੋਰ ਸਮਾਂ ਬਣ ਗਿਆ ਕਿ ਜਿਹੜੇ ਰਾਜੇ ਸਨ, ਜਿਨ੍ਹਾਂ ਨੇ ਪ੍ਰਜਾ ਦੀ ਖਿਆਲ ਕਰਨੀ ਸੀ, ਪ੍ਰਜਾ ਦੀ ਰੱਖਿਆ ਕਰਨੀ ਸੀ, ਉਹੀ ਪ੍ਰਜਾ ਨੂੰ ਮਾਰਨ ਲੱਗ ਪਏ। ਜਿਹੜੇ ਰਾਜੇ ਸਨ, ਜਿਨ੍ਹਾਂ ਹੀ ਪ੍ਰਜਾ ਨੂੰ ਧਿਆਨ ਰੱਖਣਾ ਸੀ, ਗਊਗਰੀ ਦੀ ਸੇਵਾ ਕਰਨੀ ਸੀ, ਉਹੀ ਰਾਜੇ ਉਹਨਾਂ ਨੂੰ ਮਾਰ ਲੱਗ ਪਏ। ਐਸਾ ਸਮਾਂ ਬਣ ਗਿਆ। ਉਸ ਸਮਾਂ ਵਿੱਚ ਆਪ ਨਾਰਾਇਣ ਕਲਾਤਾਰ ਇਸ ਜਗ ਮਹਿ ਪਰਵਰਿਓ। ਉਸ ਸਮਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦਾ ਸਰੂਪ ਸਾਡੇ ਭਲੇ ਵਾਸਤੇ, ਭਗਤਾਂ ਦੇ ਭਲੇ ਵਾਸਤੇ ਉਹ ਇਸ ਸੰਸਾਰ ਵਿੱਚ ਆਏ ਹਨ। ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ। ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ। ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ। ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ। ਅਵਤਾਰ ਲਿਓ ਸ਼ੁਭ ਵੰਸ ਪ੍ਰਧਾਨਾ। 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 ਤਨ ਤਨ ਪਿਤਾ, ਤਨ ਤਨ ਕੁਲ, ਉਹ ਕੁਲ ਧਨ ਹੈ। ਅੱਜ ਵੀ ਪ੍ਰਾਤਨ ਜਿਹੜੇ ਗੁਰਸਿੱਖ ਹੁੰਦੇ ਨਹੀਂ, ਜੇ ਕੋਈ ਸਾਨੂੰ ਗੁਰਮੁਖ ਮਿਲ ਜਾਏ ਜੋ ਉਸ ਕੁਲ ਵਿੱਚ ਪ੍ਰਵੇਸ਼ ਹੋਇਆ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਵਤਾਰ ਧਾਰਨ ਕੀਤਾ, ਉਹਨਾਂ ਨਾਲ ਬਹੁਤ ਹੀ ਸਤਿਕਾਰ ਕਰਦੇ ਹਨ, ਬਹੁਤ ਹੀ ਉਹਨਾਂ ਦਾ ਆਦਰ ਕਰਦੇ ਹਨ। ਕਿਉਂ ਹਰ ਇੱਕ ਚੀਜ਼ ਗੁਰੂ ਸਾਹਿਬ ਦੀ ਆਦਰਯੋਗ ਹੈ। ਮਹਾਰਾਜ ਦੇ ਸ਼ਸਤਰ, ਮਹਾਰਾਜ ਦੀ ਬਾਣੀ, ਮਹਾਰਾਜ ਦੇ ਚੋਲੇ, ਜਿੰਨਾ ਹੀ ਸਾਨੂੰ ਇਤਿਹਾਸ ਮਿਲਦਾ ਮਹਾਰਾਜ ਦਾ, ਉਹ ਸਭ ਪੂਜਨਯੋਗ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤੀ ਜੋਤ ਪਿਆਨਾ ਕਰ ਲਿਆ, ਉਸ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਨਮ ਪੱਤਰੀ ਲੈ ਕੇ ਆਓ। ਭਾਈ ਬਾਲਾ ਜੀ ਜਨਮ ਪੱਤਰੀ ਲੈਣ ਗਏ ਰਾਏ ਭੋਏ ਦੀ ਤਲਵੰਡੀ ਵਿੱਚ। ਗੁਰੂ ਗਰੀਬ ਨਿਵਾਜਣਾ ਉਹਨਾਂ ਦਾ ਘਰ ਸੀ। ਜਦੋਂ ਜਨਮ ਪੱਤਰੀ ਵਾਪਸ ਲੈ ਕੇ ਆਏ, ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਜਨਮ ਪੱਤਰੀ ਲੈ ਕੇ ਨਮਸਕਾਰ ਕੀਤਾ। ਖਾਲੀ ਅਜੇ ਜਨਮ ਪੱਤਰੀ ਸੀ, ਪਰ ਮਹਾਰਾਜ ਨੇ ਸਾਨੂੰ ਸਿਖਾਇਆ ਹਰ ਇੱਕ ਚਿੰਨ੍ਹ ਗੁਰੂ ਸਾਹਿਬ ਦਾ ਉਹ ਨਮਸਕਾਰ ਯੋਗ ਹੈ।
ਹਰ ਇੱਕ ਚਿੰਨ੍ਹ ਗੁਰੂ ਸਾਹਿਬ ਦਾ ਪੂਜਨਯੋਗ ਹੈ। ਅੱਜ ਗੁਰੂ ਖਾਲਸਾ ਉੱਤੇ ਬੜੀ ਕਿਰਪਾ ਹੋਈ ਮਹਾਰਾਜ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਹਾਜ਼ਰ ਹਨ। ਗੁਰੂ ਖਾਲਸਾ ਆਪਣੇ ਪ੍ਰਤੱਖ ਰੂਪ ਵਿੱਚ ਹਾਜ਼ਰ ਹਨ ਤੇ ਇਹਨਾਂ ਦਾ ਨਮਸਕਾਰ ਕਰਨਾ, ਇਹਨਾਂ ਦਾ ਆਦਰ ਕਰਨਾ ਇਹ ਸਾਡਾ ਫਰਜ਼ ਹੈ। ਹਾਂਜੀ। ਦੋਹਰਾ ਬਿਪਰ ਕਰਤ ਪੈ ਸੂਦਰ ਬ੍ਰਿਤ ਛਤਰੀ ਬੈਸਨ ਕਰਮ। ਕਲਯੁਗ ਵਿੱਚ ਐਸਾ ਸਮਾਂ ਬਣਿਆ ਕਿ ਜਿਹੜੇ ਵਿਪਰ ਸਨ, ਜਿਹੜੇ ਪੰਡਿਤ ਸਨ, ਲੋਕਾਂ ਨੂੰ ਸਿਖਾਉਣ ਵਾਲੇ, ਉਹ ਨੀਵੇਂ ਕਰਮ ਕਰਨ ਲੱਗੇ। ਬੈਸ ਕਰਤ ਪੈ ਛਤਰ ਬ੍ਰਿਤ ਸੂਦਰ ਸੋ ਤਿਜ ਕੋ ਧਰਮ। ਤੇ ਜਿਹੜੇ ਨੀਵੇਂ ਲੋਕ ਸਨ ਉਹ ਵੱਡੇ ਵੱਡੇ ਅਹੁਦਿਆਂ ਵਿੱਚ ਬੈਠ ਗਏ, ਭਾਵ ਕਿ ਜਿਹੜੇ ਵਿਦਵਾਨ ਸਨ ਉਹ ਗੁਪਤ ਹੋ ਗਏ ਤੇ ਜਿਹੜੇ ਅਨਪੜ੍ਹੇ ਸਨ ਮੇਰੇ ਵਾਂਗ ਉਹ ਸਟੇਜਾਂ ਉੱਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ। ਜੋ ਪਈ 20 ਗਾਵ ਤਿਨ ਕੇ ਗਹਿ ਗਏ। ਇਸ ਤਰੀਕੇ ਨਾਲ 20 ਪਿੰਡ ਰਹਿ ਗਏ ਬੇਦੀ ਕੁੱਲ ਵਾਲਿਆਂ ਨੂੰ, ਜਿਨਮੋ ਕਰਤ ਕਿਰਸਾਨੀ ਭਏ। ਜਿਨ੍ਹਾਂ ਵਿੱਚ ਉਹ ਆਪਣਾ ਪ੍ਰਧਾਨੀ ਚਲਾਉਂਦੇ ਸਨ। ਬਹੁਤ ਕਾਲ ਇਹ ਭਾਂਤ ਬਿਤਾਇਓ। ਇਸ ਤਰੀਕੇ ਨਾਲ ਕਾਫੀ ਸਮਾਂ ਗੁਜ਼ਰ ਗਿਆ। ਜਨਮ ਸਮੈ ਨਾਨਕ ਕੋ ਆਇਓ। ਫਿਰ ਸਮਾਂ ਆ ਗਿਆ, ਉਹ ਸ਼ੁਭ ਸਮਾਂ ਆ ਗਿਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਨਾ ਕਰਨਾ ਹੈ। ਦੋਹਰਾ ਤਿਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ। ਉਹ ਬੇਦੀਆਂ ਦੇ ਕੁਲ ਵਿੱਚ, ਤਿੰਨ ਬੇਦੀਆਂ ਕੀ ਕੁਲ ਵਿਖੈ, ਵਿਖਿਆਂ ਦਾ ਵਿੱਚ ਤਿੰਨ ਦਾ ਉਹਨਾਂ ਦੀ ਕੁੱਲ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋ ਗਏ। ਸਭ ਸਿੱਖਨ ਕੋ ਸੁਖ ਦਏ ਜਹ ਤਹ ਪੈ ਸਹਾਏ। ਸਾਰੇ ਸਿੱਖਾਂ ਸੰਗਤਾਂ ਨੂੰ ਸੁਖ ਦੇਣ ਵਾਲੇ, ਸੁਖ ਦੇਣ ਵਾਸਤੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਹਨ ਕਿ ਗੁਰੂ ਮੇਰੇ ਆਪਣੇ ਜਿਹੜੇ ਸਿੱਖ ਹੈਗੇ ਜਿੱਥੇ ਕਿੱਥੇ ਮੈਂ ਉਹਨਾਂ ਦੀ ਸਹਾਇਤਾ ਕਰਾਂਗਾ। ਚਉਪਈ ਤਿਨ ਇਹ ਕਲਮੋ ਧਰਮ ਚਲਾਇਓ। ਇਸ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਚਲਾਇਆ। ਹੁਣ ਗੁਰੂ ਗਰੀਬ ਨਿਵਾਜ ਇੱਕ ਪ੍ਰਸੰਗ ਸ਼ੁਰੂ ਕਰ ਰਹੇ ਹਨ ਜਿਸ ਦਾ ਨਾਮ ਹੈ ਪਾਤਸ਼ਾਹੀ ਵਰਣਨ। ਪਾਤਸ਼ਾਹੀ ਦੀ ਵਿਆਖਿਆ ਗੁਰੂ ਗਰੀਬ ਨਿਵਾਜ ਜਿਹੜਾ ਸਿੱਖੀ ਮਾਰਗ ਹੈ, ਜਿਹੜਾ ਸਿੱਖੀ ਦਾ ਨੀਂਹ ਹੈ, ਉਹਦੀ ਵਿਆਖਿਆ ਕਰੇਗੀ। ਖਾਲਸਾ ਜੀ ਜਿਸ ਗੁਰੂ ਦੇ ਆਪਾਂ ਵਾਰਿਸ ਬਣੇ ਹਾਂ, ਜਿਸ ਗੁਰੂ ਦੇ ਆਪਾਂ ਦਮਾਲੇ ਚਲਾਏ ਹੋਏ ਆ, ਜਿਸ ਗੁਰੂ ਦੇ ਆਪਾਂ ਬਾਣੇ ਪਾਏ ਹੋਏ ਆ, ਇਹ ਸਿੱਖੀ ਦੇ ਪ੍ਰਤੀਕ ਹੈ, ਸਿੱਖੀ ਦੇ ਚਿੰਨ੍ਹ। ਇਹ ਸਿੱਖੀ ਆਪਾਂ ਬੜੀ ਸਸਤੀ ਲੈ ਲਈ ਹੋਈ ਆ। ਜੇ ਸੱਚ ਪੁੱਛੋ, ਸਾਡੇ ਸ਼ਹੀਦਾਂ ਨੂੰ ਪੁੱਛੋ, ਸਾਡੇ ਬਜ਼ੁਰਗਾਂ ਨੂੰ ਪੁੱਛੋ ਕਿ ਇਹ ਜਿਹੜੀ ਸਿੱਖੀ ਹੈ ਇਹ ਕਿੰਨੀ ਮਹਿੰਗੀ ਹੈ। ਇਹ ਜਿਹੜੀ ਸਿੱਖੀ ਹੈ ਇਹ ਆਮ ਘਰਾਂ ਵਿੱਚ ਨਹੀਂ ਆਉਂਦੀ, ਇਹ ਵਿਰਲਿਆਂ ਦੇ ਘਰਾਂ ਵਿੱਚ ਆਉਂਦੀ ਹੈ। ਇਹ ਜਿਹੜੇ ਕੇਸਾਂ ਦੇ ਜਿਹੜੇ ਬੂਟੇ ਲੱਗੇ ਹੋਏ ਆ ਇਹ ਆਮ ਪਰਿਵਾਰਾਂ ਨੂੰ ਨਸੀਬ ਨਹੀਂ ਹੁੰਦਾ, ਬੜੇ ਵਿਰਲੇ ਪਰਿਵਾਰਾਂ ਨੂੰ ਨਸੀਬ ਹੁੰਦਾ। ਉਹਨਾਂ ਨੂੰ ਪੁੱਛ ਲਓ ਜੋ ਮੰਗਦੇ ਰਹਿੰਦੇ, ਅਰਦਾਸ ਕਰਦੇ ਰਹਿੰਦੇ ਕਿ ਮੇਰੇ ਬੱਚਿਆਂ ਦੇ ਕੇਸ ਆ ਜਾਣ, ਕਿ ਮੇਰੇ ਬੱਚੇ ਆਪਣੇ ਕੇਸ ਰੱਖ ਲੈਣ, ਕਿ ਮੇਰੇ ਬੱਚੇ ਵਿੱਚ ਸਿੱਖੀ ਸਿਦਕ ਵਿੱਚ ਭਰੋਸਾ ਰੱਖਣ। ਉਹਨਾਂ ਨੂੰ ਪੁੱਛ ਕੇ ਦੇਖੋ। ਸਾਧ ਸੰਗਤ ਜੀ, ਜੇ ਅੱਜ ਆਪਾਂ ਦਮਾਲੇ ਚੜਾਉਂਦੇ ਹਾਂ, ਜੇ ਆਪਾਂ ਬਾਣੇ ਪਾਉਂਦੇ ਹਾਂ, ਸ਼ੁਕਰ ਕਰੀਏ ਮਹਾਰਾਜ ਦਾ ਕਿ ਇਹ ਜਿਹੜੀ ਸਿੱਖੀ ਹੈ ਇਹ ਆਪਾਂ ਅੱਜ ਕੱਲ੍ਹ ਕਹਿੰਦੇ ਕਿ ਆ ਪ੍ਰਾਊਡ ਟੂ ਬੀ ਅ ਸਿੱਖ, ਪਰ ਇਹ ਮਾਣ ਸਾਡਾ ਕਿੱਥੇ ਹੋਇਆ? ਗੁਰੂ ਸਾਹਿਬ ਨੇ ਟੁੱਟ ਕੇ ਬਖਸ਼ੀ ਹੈ, ਇਹ ਗੁਰੂ ਸਾਹਿਬ ਦੀ ਦਾਤ ਹੈ। ਹਰ ਇੱਕ ਲੜ ਇੱਕ ਦਮਾਲੇ ਦਾ ਇਹ ਪ੍ਰਤੀਕ ਹੈ, ਇਹ ਸਮਝਾ ਰਿਹਾ। ਦਸਤਾਰ, ਦਸਤਾਰ ਦਾ ਕੀ ਅਰਥ ਹੈ? 10 ਉਂਗਲੀਆਂ, ਕਿ 10 ਉਂਗਲੀਆਂ ਪਰਮੇਸ਼ਰ ਵਾਹਿਗੁਰੂ ਜੀ ਸਾਡੇ ਸਿਰ ਤੇ ਹਮੇਸ਼ਾ ਹੈ। ਇਹ ਗਾਤਰਾ ਕੀ ਸਾਨੂੰ ਸਿਖਾ ਰਿਹਾ? ਕਿ ਪੂਰੀ ਦੁਨੀਆ, ਪੂਰੀ ਮਨੁੱਖਾਂ ਦਾ ਭਾਰ ਸਾਡੇ ਮੋਢਿਆਂ ਤੇ ਰੱਖਿਆ ਗੁਰੂ ਸਾਹਿਬ ਨੇ ਕਿ ਇਹ ਸਿੱਖਾ ਤੂੰ ਘਰੋਂ ਨਿਕਲੇਗਾ, ਤੂੰ ਆਪਣੇ ਆਲੇ ਦੁਆਲੇ ਧਿਆਨ ਰੱਖੀ, ਕੋਈ ਮਾਸੂਮ, ਕੋਈ ਗਰੀਬ ਹੋਏ ਉਹਦਾ ਭਲਾ ਰੱਖੀ। ਇਹ ਨਹੀਂ ਹੈ ਕਿ ਤੂੰ ਬਸ ਆਪਣਾ ਪਾਠ ਕਰ ਲਿਆ ਤੂੰ ਹੁਣ ਸਿੱਖ ਆ, ਨਹੀਂ। ਖਾਲਸੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਹੁਤ ਵੱਡੀ ਹੈ। ਸਰਬ ਜਗਤ ਮੈਂ ਖਾਲਸਾ ਪੰਥ ਗਜੈ। ਗੁਰੂ ਸਾਹਿਬ ਦੀ ਕੀ ਇੱਛਾ ਕਿ ਮੇਰਾ ਜਿਹੜਾ ਖਾਲਸਾ ਪੰਥ ਹੈ ਇਹ ਸਾਰੀ ਦੁਨੀਆ ਉੱਤੇ ਰਾਜ ਕਰੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਹੁਣ ਸਾਧ ਸੰਗਤ ਜੀ, ਇੱਕ ਤਰ੍ਹਾਂ ਦਾ ਸਾਨੂੰ ਰਾਜ ਤਾਂ ਮਿਲ ਗਿਆ। ਕਿਉਂ? ਦੇਸ਼ਾਂ ਵਿੱਚ ਨਿਸ਼ਾਨ ਸਾਹਿਬ ਲੱਗੇ ਹੋਏ ਆ,
ਦੇਸ਼ਾਂ ਦੇਸ਼ਾਂ ਵਿੱਚ ਗੁਰੂ ਸਾਹਿਬ ਦੀ ਸਿੱਖੀ ਪ੍ਰਗਟ ਹੋ ਰਹੀ ਹੈ, ਪਰ ਆਪਾਂ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਕੇ, ਮਹਾਰਾਜ ਤੁਹਾਡਾ ਸ਼ੁਕਰ ਹੈ, ਤੁਸੀਂ ਇੰਨੀ ਸੋਹਣੀ ਸਿੱਖੀ ਸਾਨੂੰ ਬਖਸ਼ੀ ਹੋਈ ਹੈ। ਉੱਠ ਕੇ ਆਪਾਂ ਇਹ ਸ਼ੁਕਰ ਕਰੀਏ ਮਹਾਰਾਜ, ਇਹ ਅਰਦਾਸ ਕਰੀਏ ਮਹਾਰਾਜ ਇਹ ਸਿੱਖੀ ਨਿਭ ਜਾਏ, ਅੰਤਲੇ ਸਵਾਸ ਤੱਕ ਨਿਭ ਜਾਏ। ਇਸ ਸਿੱਖੀ ਦੀ ਹੀ ਪਰਿਭਾਸ਼ਾ ਗੁਰੂ ਸਾਹਿਬ ਇੱਥੇ ਬੰਨ ਰਹੇ ਹਨ। ਫਿਰ ਪੰਕਤੀ ਪੜੋ ਜੀ। ਤਿਨ ਇਹ ਕਰਮੋ ਧਰਮ ਚਲਾਇਓ। ਇਸ ਕਲਯੁਗ ਵਿੱਚ, ਇਸ ਭਿਆਨਕ ਕਲਯੁਗ ਵਿੱਚ ਇਹ ਧਰਮ ਚਲਾਇਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਸਭ ਸਾਧਨ ਕੋ ਰਾਹ ਬਤਾਇਓ। ਸਾਰੇ ਸਾਧੂਆਂ ਨੂੰ, ਸਾਰੇ ਜਗਿਆਸੂਆਂ ਨੂੰ ਇੱਕ ਰਾਹ ਦੱਸਿਆ। ਕਿਉਂ? ਹਨੇਰ ਹੋ ਗਿਆ ਇਸ ਕਲਯੁਗ ਵਿੱਚ। ਇਸ ਕਲਯੁਗ ਵਿੱਚ ਕੁਝ ਦਿਸ ਨਹੀਂ ਰਿਹਾ। ਤੁਸੀਂ ਕਿਸੇ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿਓ, ਸ਼ੀਸ਼ੇ ਸਭ ਕੁਝ ਬੰਦ ਕਰ ਦਿਓ, ਬਾਹਰੋਂ ਆਵਾਜ਼ ਮਾਰੋ, ਕੌਣ ਹੈ ਅੰਦਰ? ਆਵਾਜ਼ ਆਏਗੀ, ਹਾਂ ਮੈਂ ਤਰਲੋਕ ਸਿੰਘ ਹਾਂ, ਮੈਂ ਜੁਝਾਰ ਸਿੰਘ ਹਾਂ, ਮੈਂ ਜਗਜੀਤ ਸਿੰਘ ਹਾਂ, ਮੈਂ ਫਲਾਣਾ ਸਿੰਘ ਜਾਂ ਕੋਰ ਹਾਂ। ਬੰਦੇ ਨੂੰ ਪਤਾ ਲੱਗੇ ਕਿ ਬੰਦੇ ਨੂੰ ਪਤਾ ਕਿ ਮੈਂ ਕੌਣ ਹਾਂ। ਇਹ ਕਲਯੁਗ ਇੰਨਾ ਭਿਆਨਕ ਹੈ ਸਾਧ ਸੰਗਤ ਜੀ, ਤਾਂ ਸਾਨੂੰ ਨਹੀਂ ਪਤਾ ਕਿ ਆਪਾਂ ਕੌਣ ਹਨ। ਆਪਾਂ ਇਹ ਹਨੇਰ ਵਿੱਚ ਘੁੰਮਦੇ ਪਏ ਹਾਂ ਕਿ ਸਾਨੂੰ ਨਹੀਂ ਪਤਾ ਕਿ ਆਪਾਂ ਕੌਣ ਹਾਂ। We don't know who we are। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਗੁਰੂ ਘਰ ਵਿੱਚ ਕੀ ਮਿਲਦਾ ਹੈ? ਗੁਰਪ੍ਰਸਾਦ। ਗੁਰੂ ਘਰ ਵਿੱਚ ਕੀ ਮਿਲਦਾ ਹੈ? ਮਹਾਰਾਜ ਕਹਿੰਦੇ, ਸ਼ੀਸ਼ਾ ਦਿਖਾਉਂਦੇ, ਇਹ ਤੂੰ ਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅੱਜ ਦੁਨੀਆ ਨੂੰ ਇਹ ਸੰਦੇਸ਼ ਦੇਣ ਵਾਸਤੇ ਗੁਰੂ ਸਾਹਿਬ ਹਾਜ਼ਰ ਹਨ। ਜੋ ਤਾਂ ਕੇ ਮਾਰਗ ਮਹਿ ਆਏ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਮਾਰਗ ਵਿੱਚ ਪ੍ਰਵੇਸ਼ ਹੋ ਜਾਂਦੇ ਹਨ, ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨੂੰ ਫਿਰ ਪਾਪ ਕਦੀ ਸਤਾ ਨਹੀਂ ਸਕਦੇ। ਜੇ ਜੇ ਪੰਥ ਤਵਨ ਕੇ ਪਰੇ। ਜਿਹੜੇ ਜਿਹੜੇ ਗੁਰੂ ਸਾਹਿਬ ਦੇ ਪੰਥ ਉੱਤੇ ਮਾਰਗ ਉੱਤੇ ਚੱਲ ਪਏ ਹਨ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਪਾਪ ਤੇ ਤਾਪ ਗੁਰੂ ਸਾਹਿਬ ਪਰਮੇਸ਼ਰ ਹਰ ਲੈਂਦੇ, ਚੋਰੀ ਕਰ ਲੈਂਦੇ ਹਨ। ਪਾਪ ਤਾਂ ਸਭ ਸਮਝ ਗਏ। ਤਾਪ ਕੀ ਹੈ? ਤਿੰਨ ਤਾਪ ਹੁੰਦੇ ਆ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਤਾਪ ਮਾਨਸਿਕ ਰੋਗਾਂ, ਸਰੀਰ ਰੋਗਾਂ, ਤੇ ਕੋਈ ਬਾਹਰੋਂ ਕੋਈ ਲੜਾਈ ਝਗੜਾ ਹੋ ਜੇ, ਇਹ ਤਿੰਨ ਤਾਪ ਹੁੰਦੇ ਆ। ਗੁਰੂ ਸਾਹਿਬ ਕਹਿੰਦੇ ਕਿ ਪਾਪ ਤੇ ਤਾਪ ਤਿੰਨ ਕੇ ਪ੍ਰਭ ਹਰੇ। ਪ੍ਰਭੂ ਪਰਮੇਸ਼ਰ ਉਹਨਾਂ ਦੇ ਹਰ ਲੈਂਦੇ ਆ ਤਾਪ ਤੇ ਪਾਪ ਇਸ ਮਾਰਗ ਵਿੱਚ ਪ੍ਰਵੇਸ਼ ਹੋ ਕੇ। ਇਸ ਮਾਰਗ ਵਿੱਚ ਗੁਰੂ ਸਾਹਿਬ ਨੇ ਇੰਨੀਆਂ ਜੁਗਤੀਆਂ ਬਖਸ਼ੀਆਂ, ਕੋਈ ਹੱਦ ਨਹੀਂ। ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਚੰਡੀ ਦੀ ਵਾਰ ਪਾਠ ਕਰੇਗਾ ਨਹੀਂ, ਪੜੇਗਾ, ਉਹਨੂੰ ਮੁਕਤੀ ਮਿਲ ਜੇਗੀ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਦੇਖੋ ਪਹਿਲੋਂ ਸਾਧੂਆਂ ਨੂੰ ਕਿੰਨਾ ਮੁਸ਼ਕਲ ਹੁੰਦੀ ਸੀ, ਤੱਪਾ ਕਰਨੇ ਪੈਂਦੇ, ਜਗ੍ਹਾ ਦਾ ਘਰ-ਬਾਰ ਸਭ ਕੁਝ ਛੱਡ ਕੇ ਕਿੰਨਾ ਮਿਹਨਤ ਕਰਨੀ ਪੈਂਦੀ ਸੀ। ਗੁਰੂ ਸਾਹਿਬ ਨੇ ਇੱਕ 20-25 ਮਿੰਟਾਂ ਵਿੱਚ ਬਾਣੀ ਵਿੱਚ ਇੱਕ ਜੁਗਤੀ ਬਖਸ਼ਤੀ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆ ਖੇਲੰਦਿਆ, ਪਹਿਨੰਦਿਆ ਖਾਵੰਦਿਆ, ਵਿਚੈ ਹੋਵੇ ਮੁਕਤ। ਇਹ ਮਾਰਗ ਇੰਨਾ ਸੁਖੈਨ, ਇੰਨਾ ਸੌਖਾ ਹੈ। ਮਹਾਰਾਜ ਇਹ ਨਹੀਂ ਕਹਿੰਦੇ ਤੁਸੀਂ ਘਰ-ਬਾਰ ਛੱਡ ਕੇ, ਸਭ ਕੁਝ ਛੱਡ ਕੇ ਦੁਖੀ ਹੋ ਕੇ ਬੈਠ ਜਾਓ। ਕਹਿੰਦੇ ਨਹੀਂ, ਹਸੰਦਿਆ ਖੇਲੰਦਿਆ, ਪਹਿਨੰਦਿਆ ਖਾਵੰਦਿਆ, ਵਿਚੈ ਹੋਵੇ ਮੁਕਤ। ਮੇਰੇ ਗੁਰੂ ਸਿੱਖਾਂ ਨੂੰ ਮੁਕਤੀ, ਹਰ ਦਰਵਾਜ਼ੇ ਵਿੱਚ ਮੁਕਤੀ ਹੀ ਹੈ। ਸੰਧਿਆ ਵੇਲੇ ਸੁਨਹਿਰਾ ਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨ ਪੈ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਪੁਰੀ ਮਹਿ ਜਾਏ। ਮਹਾਰਾਜ ਨੇ ਇੰਨਾ ਦਲਾਸਾ ਪੰਥ ਦਿੱਤਾ ਕਿ ਤੁਸੀਂ ਰਹਿ ਰਸ ਪਾਠ ਜੇ ਰੋਜ਼ ਸੁਣੋ, ਕਥਾ ਕੀਰਤਨ ਰੋਜ਼ ਸੁਣੋ, ਸੱਚਖੰਡ ਦੇ ਦਰਵਾਜ਼ੇ ਖੁੱਲੇ ਹਨ। ਇਹ ਤੋਂ ਕਿੰਨਾ ਸੁਖੈਨ ਹੋ ਸਕਦਾ। ਗੁਰੂ ਸਾਹਿਬ ਨੇ ਇੰਨੀ ਤਰਸ ਕੀਤੀ ਹੋਈ ਸਾਡੇ ਉੱਤੇ। ਹਾਂ ਕਲਯੁਗ ਬਹੁਤ ਭਿਆਨਕ, ਪਰ ਗੁਰੂ ਨਾਨਕ ਦੀ ਸਿੱਖੀ, ਗੁਰੂ ਨਾਨਕ ਦੀ ਸਿੱਖੀ ਅਟਲ ਸੁੱਖ ਹੈ, ਅਟਲ ਸੁੱਖ ਹੈ ਗੁਰੂ ਨਾਨਕ ਦੀ ਸਿੱਖੀ। ਇਹਦੇ ਵਿੱਚ ਪ੍ਰਵੇਸ਼ ਹੋ ਕੇ ਦੁੱਖਾਂ ਦਾ ਨਾਸ ਹੁੰਦਾ, ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ।
ਦੁਖ ਭੂਖ ਕਬਹੂ ਨਾ ਸੰਤਾਏ ਦੁੱਖ ਭੁੱਖ ਉਹਨੂੰ ਸੰਤਾ ਨਹੀਂ ਸਕਦੇ ਜੋ ਗੁਰੂ ਨਾਨਕ ਦੇਵ ਜੀ ਮਾਰਗ ਵਿੱਚ ਆ ਜਾਂਦੇ ਹਨ। ਜਾਲ ਕਾਲ ਕੋ ਬੀਚ ਨਾ ਆਏ ਤੇ ਕਾਲ ਦੇ ਜਾਲ ਵਿੱਚ ਕੋਈ ਬੀਚ ਨਹੀਂ ਪਏਗਾ, ਵਿੱਚ ਨਹੀਂ ਪਏਗਾ। ਨਾਨਕ ਅੰਗਦ ਕੋ ਬਪਤਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਰੂਪ ਧਾਰਨ ਲਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਜਦੋਂ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ, ਉਸ ਵੇਲੇ ਜਿਹੜੇ ਮੁਸਲਮਾਨ ਸਿੱਖ ਸਨ, ਜਿਹੜੇ ਹਿੰਦੂ ਸਿੱਖ ਸਨ, ਉਹਨਾਂ ਨੇ ਆਪਣੀ ਰੀਤੀ ਰਿਵਾਜਾਂ ਅਨੁਸਾਰ ਕੋਸ਼ਿਸ਼ ਕੀਤੀ ਕਿ ਮਹਾਰਾਜ ਦੇ ਸਰੀਰ ਦਾ ਸੰਸਕਾਰ ਕਰੀਏ। ਤੇ ਜਦੋਂ ਉਹਨਾਂ ਦੇ ਵਿੱਚ ਇੱਕ ਲੜਾਈ ਪੈ ਗਈ, ਆਕਾਸ਼ਬਾਣੀ ਹੋਈ, ਗੁਰੂ ਨਾਨਕ ਗੁਰੂ ਅੰਗਦ ਦੇ ਕੇ ਹੀਰ ਹੈ ਮੈਂ, ਨਾ ਗੋਰੀ ਮੈਂ ਨਾ ਮਸਾਨ ਮੈਂ, ਕਿ ਗੁਰੂ ਨਾਨਕ ਦੇਵ ਜੀ is neither in the cremation grounds and Guru Nanak Dev Ji is neither in the sansar bhumis. Guru Nanak Dev Ji is in the heart of Guru Angad Dev Ji. Guru Nanak, Guru Angad ko paptara. Guru Nanak Dev Ji was took the srir of Guru Angad Dev Ji. ਧਰਮ ਪ੍ਰਚੁਰ ਇਹ ਜਗ ਮੋ ਕਰਾ ਫਿਰ ਧਰਮ ਦਾ ਪ੍ਰਚਾਰ ਇਸ ਜਗਤ ਵਿੱਚ ਕਰਨ ਲੱਪੇ ਮਹਾਰਾਜ। ਅਮਰਦਾਸ ਪੁਨ ਨਾਮ ਕਹਾਇਓ ਫਿਰ ਮਹਾਰਾਜ ਨੇ ਆਪਣਾ ਨਾਮ ਗੁਰੂ ਅਮਰਦਾਸ ਅਖਾਇਆ ਹੈ। ਜਨ ਦੀਪਕ ਤੇ ਦੀਪ ਜਗਾਇਓ ਤੇ ਇਸ ਇਸ ਜਗਤ ਵਿੱਚ ਇੱਕ ਦੀਵਾ ਜਗਾਇਆ। ਆਪਾਂ ਗੱਲ ਸ਼ੁਰੂ ਕੀਤੀ ਸੀ ਦੀਵੇ ਤੋਂ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਅੰਨ। ਤੇ ਗੱਲ ਹੁਣ ਫਿਰ ਦੀਵੇ ਤੇ ਆ ਗਈ। ਗੁਰੂ ਸਾਹਿਬ ਨੇ ਇੱਕ ਜੋਤ ਜਗਾਈ ਹੈ ਦੁਨੀਆ ਵਿੱਚ, ਉਹ ਜੋਤ ਹਜੇ ਵੀ ਜਗ ਰਹੀ ਹੈ। ਜਦੋਂ ਖਾਲਸਾ ਸ਼ਹੀਦਾਂ ਦੇ ਜੋਤ ਜਗਾਉਂਦਾ, ਅਖੰਡ ਪਾਠ ਜੋਤ ਜਗਾਉਂਦਾ, ਸਹਿਜ ਪਾਠ ਵੇਲੇ ਜੋਤ ਜਗਾਉਂਦਾ, ਇਹੀ ਪ੍ਰਤੀਕ ਹੈ ਕਿ ਜਾਗਦਾ ਹੈ ਦਿਓ, ਸਤਿਗੁਰ ਜਾਗਦਾ ਹੈ ਦਿਓ, ਕਿ ਮੇਰਾ ਗੁਰੂ ਜਾਗ ਰਿਹਾ। ਮੇਰਾ ਗੁਰੂ ਇੱਕ ਮੂਰਤੀ ਨਹੀਂ ਹੈ ਜਿਹੜਾ ਚੁੱਪ ਹੈ, ਨਹੀਂ, ਮੇਰਾ ਗੁਰੂ ਜਾਗ ਰਿਹਾ ਹੈ। ਜਬ ਪ੍ਰਦਾਨ ਸਮੈ ਬਹੁ ਆਵਾ ਫਿਰ ਜਦੋਂ ਸਮਾਂ ਆਇਆ ਪ੍ਰਦਾਨ ਦਾ, ਕਿਉਂਕਿ ਹੁਣ ਸਾਖੀ ਨਾਲ ਪਿੱਛੇ ਆਪਾਂ ਜੋੜੀ ਹੈਗੀ ਨਹੀਂ, ਆਪਾਂ ਸੁਣਦੇ ਆ ਰਹੇ ਕਿ ਇੱਕ ਵਰਦਾਨ ਬਖਸ਼ਿਆ ਸੀ, ਬੇਦੀ ਕੋਲ ਨੇ ਇੱਕ ਵਰਦਾਨ ਬਖਸ਼ਿਆ ਸੀ ਕਿ ਜਦੋਂ ਚੌਥਾ ਸਮਾਂ ਆਏਗਾ ਨਾ, ਚੌਥਾ ਗੁਰੂ ਦਾ ਸਮਾਂ, ਉਦੋਂ ਫਿਰ ਵਰਦਾਨ ਪ੍ਰਗਟ ਹੋ ਜਾਏਗਾ। ਰਾਮਦਾਸ ਤਵ ਗੁਰੂ ਕਹਾਵਾ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਸਰੂਪ ਧਾਰਨ ਕੀਤਾ। ਤੇ ਵਰਦਾਨ ਪੁਰਾਤਨ ਦੀਆ ਇਹ ਜਿਹੜਾ ਵਰਦਾਨ ਬਹੁਤ ਪੁਰਾਤਨ ਹੈਗਾ ਜੀ। ਅਮਰਦਾਸ ਸੁਰਪੁਰ ਮੁਗਲਿਆ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਸੱਚਖੰਡ ਵਿਖੇ ਪਿਆਨਾ ਕੀਤਾ, ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਜਗਤ ਵਿੱਚ ਪ੍ਰਵੇਸ਼ ਹੋਏ। ਸ੍ਰੀ ਨਾਨਕ ਅੰਗਦ ਕਰਮਾਨਾ ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ, ਹੇ ਸਿੱਖੋ, ਹੇ ਮੇਰੇ ਖਾਲਸਾ ਜੀ, ਗੁਰੂ ਅੰਗਦ ਦੇਵ ਜੀ ਨੂੰ ਉਹੀ ਰੂਪ ਮਾਨੋ। ਗੁਰੂ ਅੰਗਦ ਦੇਵ ਜੀ ਹੀ ਗੁਰੂ ਨਾਨਕ ਦੇਵ ਜੀ ਹਨ। ਇਹਦੇ ਵਿੱਚ ਭੁਲੇਖਾ ਨਾ ਰੱਖਿਓ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਵੱਖਰੀ ਹੋਂਦ ਹੈ। ਨਹੀਂ ਸਿੱਖੋ, ਦੋਨੋਂ ਇੱਕੋ ਹੀ ਹੈ। ਅਮਰਦਾਸ ਅੰਗਦ ਪਹਿਚਾਨਾ ਗੁਰੂ ਗਰੀਬ ਨਵਾਜ ਕਹਿੰਦੇ, ਸੇ ਸਾਧ ਸੰਗਤ ਜੀ, ਖਾਲਸਾ ਜੀ, ਗੁਰੂ ਅਮਰਦਾਸ ਹੀ ਗੁਰੂ ਅੰਗਦ ਦੇਵ ਜੀ ਹਨ। ਅਮਰਦਾਸ ਰਾਮਦਾਸ ਕਹਾਇਓ ਤੇ ਗੁਰੂ ਰਾਮਦਾਸ ਜੀ ਵੀ ਕੋਈ ਵੱਖਰੇ ਨਹੀਂ, ਗੁਰੂ ਰਾਮਦਾਸ ਹੀ ਗੁਰੂ ਅਮਰਦਾਸ ਜੀ ਹਨ। ਸਾਧਨ ਲਖਾ ਮੂੜ ਨਹਿ ਪਾਇਓ ਮਹਾਰਾਜ ਕਹਿੰਦੇ, ਸਾਧੂ ਆ ਜਾਣਦੇ ਆ, ਮੇਰੇ ਪਿਆਰੇ ਸਿੱਖ ਜਾਣਦੇ ਆ ਕਿ ਸਾਰੇ ਗੁਰੂ ਨਾਨਕ ਦੇਵ ਜੀ ਦੀ ਹੀ ਜੋਤ ਹੈ। ਪਰ ਜਿਹੜੇ ਮੂਰਖ ਉਹ ਨਹੀਂ ਜਾਣ ਸਕੇ। ਜਿਹੜੇ ਮੂਰਖ ਉਹ ਇਹੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਵੱਖਰੇ ਸਨ, ਗੁਰੂ ਅੰਗਦ ਦੇਵ ਜੀ ਵੱਖਰੇ ਸਨ। ਅੱਜ ਕੱਲ੍ਹ ਲੋਕੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਮੰਨ ਲੈਂਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨ ਸਕਦੇ। ਕਿਉਂ? ਕਿਰਪਾਨ ਤੋਂ ਡਰ ਲੱਗਦਾ, ਖੰਡੇ ਬਾਟੇ ਦਾ ਅੰਮ੍ਰਿਤ ਤੋਂ ਡਰ ਲੱਗਦਾ ਸਾਨੂੰ। ਸਾਧ ਸੰਗਤ ਜੀ, ਜਿਹੜਾ ਅੰਮ੍ਰਿਤ ਗੁਰੂ ਨਾਨਕ ਦੇਵ ਜੀ ਮਹਾਰਾਜ ਚਲਾਇਆ, ਉਹੀ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਬਖਸ਼ਿਆ। ਭਿੰਨ ਭਿੰਨ ਸਭੂ ਕਰ ਜਾਨਾ ਲੋਕ ਸੋਚਦੇ ਕਿ ਇਹ ਸਾਰੇ ਗੁਰੂ ਵੱਖਰੇ ਵੱਖਰੇ ਹੋਏ ਹਨ। ਏਕ ਰੂਪ ਕਿਨਹੂ ਪਹਿਚਾਨਾ ਵਿਰਲੇ ਹੱਥਾਂ ਵਿੱਚ ਇਹੀ ਪਛਾਣ ਆਈ ਕਿ ਏਕ ਰੂਪ ਹੀ ਹਨ। ਜਿਨ ਜਾਨਾ ਤਿਨਹੀ ਸਿਧ ਪਾਈ ਜਿਨ੍ਹਾਂ ਨੇ ਜਾਣ ਲਿਆ ਕਿ ਗੁਰੂ ਨਾਨਕ ਦੇਵ ਜੀ ਹੀ ਗੁਰੂ ਅੰਗਦ ਦੇਵ ਜੀ ਹਨ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਵਿੱਚ ਕੋਈ ਫਰਕ ਨਹੀਂ ਹੈ, ਉਹਨਾਂ ਨੂੰ ਸਿੱਧੀ ਪ੍ਰਾਪਤ ਹੋਈ। ਭਾਵ ਕਿ ਸੱਚਖੰਡ ਮੁਕਤੀ ਉਹਨਾਂ ਨੂੰ ਹੀ ਪ੍ਰਾਪਤ ਹੋਈ ਹੈ। ਬਿਨ ਸਮਝੇ ਸਿਧ ਹਾਥ ਨਾ ਆਈ ਇਹ ਗੱਲ ਇਸ ਸਿਧਾਂਤ ਨੂੰ ਸਮਝ ਤੋਂ ਬਿਨਾਂ
ਸਿੱਧੀ ਹਾਥ ਨਹੀਂ ਆ ਸਕਦੀ। ਰਾਮਦਾਸ ਹਰ ਸੋ ਮਿਲ ਗਏ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਪਰਮੇਸ਼ਰ ਵਿੱਚ ਲੀਨ ਹੋ ਗਏ, ਗੁਰਤਾ ਦੇਤ ਅਰਜਨ ਹੈ ਭਏ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਗੱਦੀ ਦੇ ਉੱਤੇ ਪ੍ਰਕਾਸ਼ਮਾਨ ਹੋ ਗਏ ਸਨ। ਜਬ ਅਰਜਨ ਪ੍ਰਭ ਲੋਕ ਸਿਧਾਏ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਭੂ ਲੋਕ ਸਿਧਾਰਨ ਕਰਕੇ ਹਰ ਗੋਬਿੰਦ ਤੇ ਠਾ ਠਹਿਰਾਏ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੋ ਗਏ ਸੰਸਾਰ ਵਿੱਚ। ਹਰ ਗੋਬਿੰਦ ਪ੍ਰਭ ਲੋਕ ਸਿਧਾਰੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚਖੰਡ ਵਿਖੇ ਪਿਆਨਾ ਕਰ ਗਏ, ਹਰੀ ਰਾਏ ਤੇ ਠਾ ਬੈਠਾਰੇ। ਆਪਣੇ ਥਾਂ ਤੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੂੰ ਬਿਠਾਇਆ ਸੀ। ਹਰ ਕ੍ਰਿਸ਼ਨ ਤਿਨ ਕੇ ਸੁਤ ਵੇ। ਜਿਸ ਤੇ ਸੁਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਗੁਰੂ ਬਣੇ ਸਨ। ਤਿਨ ਤੇ ਤੇਗ ਬਹਾਦਰ ਪਏ। ਤੇ ਉਹਨਾਂ ਦੇ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਗੱਦੀ ਸੱਚ ਪਏ। ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਰੇ ਦੱਸ ਰਹੇ ਹਨ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀ ਕੀਤਾ। ਤਿਲਕ ਜੰਜੂ ਪ੍ਰਭ ਰਾਖਾ, ਕਿ ਮਹਾਰਾਜ ਨੇ ਉਹ ਜਿਹੜੇ ਚਿੰਨ੍ਹ ਸਨ ਹਿੰਦੁਸਤਾਨ ਦੇ, ਉਹਨਾਂ ਨੇ ਰਕਸ਼ਾ ਵਾਸਤੇ ਆਪਣਾ ਖੂਨ ਦਿੱਤਾ। ਕੀਨੋ ਬੜੋ ਕਲੂ ਮਹਿ ਸਾਕਾ। ਇਸ ਕਲਯੁਗ ਵਿੱਚ ਬਹੁਤ ਵੱਡਾ ਸਾਕਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਨਿਭਾਇਆ ਸੀ। ਸਾਧਨ ਹੇਤ ਇਤੀ ਜਿਨੀ ਕਰੀ। ਸਾਧੂਆਂ ਵਾਸਤੇ ਇਤੀ ਕਰ ਦਿੱਤੀ। ਗੁਰੂ ਗਰੀਬ ਨਵਾਜ ਨੇ ਗੁਰੂ ਗਰੀਬ ਨਵਾਜ ਜੀ ਅੰਤੀ ਕਰ ਦਿੱਤਾ ਸਾਧੂਆਂ ਵਾਸਤੇ। ਸੀਸ ਦਿਆ ਪਰ ਸੀਨਾ ਉਚਰੀ। ਆਪਣਾ ਸੀਸ ਦਿੱਤਾ ਪਰ ਮੂੰਹ ਚੋਂ ਸੀ ਨਹੀਂ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਧਰਮ ਵਾਸਤੇ ਗੁਰੂ ਗਰੀਬ ਨਵਾਜ ਨੇ ਇਹ ਸਾਕਾ ਕੀਤਾ। ਸਾਕਾ ਦਾ ਅਰਥ ਹੈਗਾ ਉਹ ਇਤਿਹਾਸ ਦੇ ਪੰਨੇ ਜੋ ਇੱਕ ਸੁਨਹਿਰੀ ਕਲਾਮ ਨਾਲ ਲਿਖੇ ਜਾਂਦੇ ਹਨ। ਇਸ ਕਲਯੁਗ ਵਿੱਚ ਇਹ ਸਭ ਤੋਂ ਵੱਡਾ ਸਾਕਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਰਤਾਇਆ ਸੀ। ਸੀਸ ਦਿਆ ਪਰ ਸਿਰ ਨ ਦਿਆ। ਆਪਣਾ ਸੀਸ ਦਿੱਤਾ ਪਰ ਆਪਣਾ ਇਮਾਮ ਨਹੀਂ ਦਿੱਤਾ, ਧਰਮ ਨਹੀਂ ਦਿੱਤਾ। ਨਾਟਕ ਚੇਟਕ ਕੀਏ ਕੁਕਾਜਾ। ਜਿਹੜੇ ਨਾਟਕ ਤੇ ਚੇਟਕ ਇਹ ਜਿਹੜੇ ਰਿੱਧੀਆਂ ਸਿੱਧੀਆਂ ਹਨ, ਲੋਕ ਜਿਹੜੇ ਗਲਤ ਪਾਸੇ ਲੱਗ ਜਾਂਦੇ ਹਨ, ਪਰਮਾਤਮਾ ਤੋਂ ਦੂਰ ਹੋ ਜਾਂਦੇ, ਇਹ ਨਾਟਕ ਚੇਟਕ ਕਰਦੇ ਹਨ। ਪ੍ਰਭ ਲੋਗਨ ਕਹੇ ਆਵਤ ਲਾਜਾ। ਅਸਲੀ ਸਾਧੂਆਂ ਨੂੰ ਲਾ ਜਾਂਦੀ ਆ। ਅਸਲੀ ਸਾਧੂਆਂ ਇਹ ਜਿਹੜੇ ਰਿੱਧੀਆਂ ਸਿੱਧੀਆਂ ਵਿੱਚ ਖੁਸ਼ੀ ਹੋ ਕੇ ਨਹੀਂ ਵਰਤੇ। ਜੇ ਲੋੜ ਪੈਂਦੀ ਹੈ ਗੁਰੂ ਸਾਹਿਬ ਦਾ ਹੁਕਮ ਹੁੰਦਾ ਤਾਂ, ਨਹੀਂ ਤਾਂ ਨਹੀਂ ਵਰਤੇ। ਦੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ। ਗੁਰੂ ਸਾਹਿਬ ਨੇ ਇੱਕ ਠੀਕਰ ਫੋੜਿਆ। ਗੁਰੂ ਗਰੀਬ ਨਵਾਜ ਦਿੱਲੀ ਉੱਤੇ ਇੱਕ ਐਸਾ ਹਮਲਾ ਕੀਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ, ਜੋ ਦਿੱਲੀਆਂ ਦੇ ਕੰਧਾਂ ਹਿੱਲ ਗਈਆਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਐਸਾ ਸਾਕਾ ਵਰਤਾ ਕੇ ਫਿਰ ਸੱਚਖੰਡ ਵਿਖੇ ਪਿਆਨਾ ਕੀਤਾ ਮਹਾਰਾਜ ਨੇ। ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਤੇ ਮਹਾਰਾਜ ਨੇ ਜਦੋਂ ਮਹਾਰਾਜ ਨੇ ਐਸਾ ਆਪਣਾ ਸੀ ਦਿੱਤਾ, ਕਿਸੇ ਕੋਲ ਇਹ ਬਰਾਬਰੀ ਨਹੀਂ ਹੋਈ। ਬਾਅਦ ਵਿੱਚ ਕਲਯੁਗ ਵਿੱਚ ਕੋਈ ਕਿਸੇ ਕੋਲ ਐਸਾ ਸਾਕਾ ਨਹੀਂ ਵਰਤਾਇਆ ਹੋਇਆ ਕਿਸੇ ਕੋਲੋਂ ਜਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵਰਤਾਇਆ ਸੀ। ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਕ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਦੋਂ ਪਿਆਨਾ ਕੀਤਾ ਨਹੀਂ, ਜਗਤ ਵਿੱਚ ਸ਼ੌਕ ਵੱਜ ਗਿਆ। ਜਗਤ ਫਿਰ ਰੋਣ ਲੱਪੀ। ਹੈ ਸਭ ਜਗ ਪਿਓ ਜੈ 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 ਸੁਰ ਲੋਕ। ਦੁਨੀਆ ਵਾਲੇ ਕਹਿੰਦੇ ਹਾਂ ਹੈ ਪਰਮਾਤਮਾ। ਜਦੋਂ ਨਿੰਦਕ, ਜਦੋਂ ਸ਼ਰਧਾਹੀਨ ਲੋਕ ਕਹਿੰਦੇ ਪਰਮਾਤਮਾ ਕੋਈ ਨਹੀਂ ਹੈ। ਤੂੰ ਹੀ ਥੰਮ ਸਿਓ ਨਿਕਸ ਹਰ ਸਿੰਘ ਨਰ ਸਿੰਘ ਹੋਈ। ਹਰਨਾਕਸ਼ ਉਦਰ ਕਰ ਨਖੋ ਕਰ ਪਰੋਈ। ਜਦੋਂ ਹਰਨਾਕਸ਼ ਕਹਿੰਦਾ ਪ੍ਰਹਿਲਾਦ ਤੇ ਰੱਬ ਕਿੱਥੇ ਹੈ? ਪ੍ਰਹਿਲਾਦ 7 ਸਾਲ ਦਾ ਇੱਕ ਬੱਚਾ ਸੀ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਜੁਗਤ ਵਿੱਚ ਆਪਣੇ ਭਗਤ ਨੂੰ ਪਾਉਂਦਾ ਉਹੀ ਹੈ ਤੇ ਉਹਨਾਂ ਨੇ ਪੈਜ ਰੱਖਣ ਆਂਦਾ ਰਾਮ ਰਾਜੇ, ਉਹ ਪਰਮਾਤਮਾ ਆਂਦਾ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜਦੋਂ ਹਰਨਾਕਸ਼ ਨੇ ਕਿਹਾ ਹਾਂ ਪ੍ਰਹਿਲਾਦ ਤੇਰਾ ਰੱਬ ਕਿੱਥੇ ਹੈ, ਦਿਖਾ ਮੈਨੂੰ ਤੇਰਾ ਰੱਬ। ਪ੍ਰਹਿਲਾਦ ਨੇ ਅਰਦਾਸ ਕੀਤੀ, ਭਗਤ ਪ੍ਰਹਿਲਾਦ ਜੀ ਨੇ ਕਹਿੰਦੇ ਹੇ ਪਰਮੇਸ਼ਰ ਹੁਣ ਤੂੰ ਲਾਜ ਰੱਖ ਲਾ। ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ। ਉਹ ਸਰ ਲੱਜਾ ਰਾਖ ਲੈ ਸਦਨਾ ਜੰਤੂਰਾ। हे परमेश्वर मेरी बाह फरला। सगल द्वार को छाड़ के गेहो तुहारो द्वार। बाहें गहे की लाज अस गोबिंदास तुहार। ਜਦੋਂ ਭਗਤ ਪ੍ਰਹਿਲਾਦ ਨੇ ਐਸੀ ਅਰਦਾਸ ਕੀਤੀ, ਹਰਨਾਕਸ਼ ਥੰਮ ਕੋਲ ਆਇਆ
ਥੰਮ ਤੇ ਨੇੜੇ ਆਇਆ, ਇੱਕ ਆਪਣਾ ਉਹਨੇ ਤਲਵਾਰ ਮਾਰਿਆ, ਦਿਖਾ ਤੇਰਾ ਰੱਬ ਇੱਥੇ ਬੈਠਾ। ਥੰਮ ਚੋਂ ਨਿਲ ਕੇ ਨਰ ਸਿੰਘ ਭਗਵਾਨ ਹਰਨਾਕਸ਼ ਨੂੰ ਫੜ ਕੇ ਆਪਣੇ ਨੱਖਾਂ ਨਾਲ ਉਹਨਾਂ ਨੂੰ ਫਾੜ ਦਿੱਤਾ। ਤੂੰ ਹੀ ਥੰਮ ਸਿਓ ਨਿਕਸ ਨਰ ਸਿੰਘ ਹੋਈ, ਉਧਰ ਹਰਨਾਕਸ਼ ਕਾ ਨਖੋ ਕਰ ਪਰੋਈ। ਭਗਤ ਨੂੰ ਪਛਾਣ ਲਈ ਪਰਮਾਤਮਾ ਆਂਦਾ ਹੈ। ਭਗਤ ਨੂੰ ਪਛਾਣ ਲਈ ਪਰਮਾਤਮਾ ਕੁਝ ਵੀ ਕਰ ਸਕਦਾ। ਕਿਉਂ? ਮੇਰੀ ਜੀਵਨ ਮੇਰੇ ਦਾਸ। ਪਰਮਾਤਮਾ ਦਾ ਅਕਾਲੀ ਮਹਾਰਾਜ ਦਾ ਬਾਣੀ ਹੈ ਕਿ ਮੇਰੀ ਜੀਵਨ ਕੌਣ ਹੈ, ਮੇਰਾ ਹਿਰਦਾ ਕੌਣ ਹੈ, ਉਹ ਮੇਰੇ ਦਾਸ ਹਨ। ਇਸ ਕਰਕੇ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵਰਤਾਇਆ ਉਹ ਕੋਈ ਹੋਰ ਨਹੀਂ ਕਰ ਸਕਿਆ। ਫੇਰ ਪੰਕਤੀ ਪੜ੍ਹ ਲਓ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ। ਜਦੋਂ ਮਹਾਰਾਜ ਸੱਚਖੰਡ ਵਿਖੇ ਬਿਆਨਾ ਕੀਤਾ, ਜਗਤ ਵਿੱਚ ਸੌਂਖ ਵਿੱਚ ਚੱਲ ਗਈ ਕਿ ਸਾਡਾ ਭਗਵਾਨ ਚੱਲ ਗਿਆ। ਹੈ ਸਭ ਜਗ ਪਇਓ ਜੈ 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 ਸੁਰ ਲੋਕ। ਕਹਿੰਦੇ ਹੈ ਪਰਮਾਤਮਾ ਸਾਡੇ ਵਾਸਤੇ। ਭਗਤ ਜਨ ਕਹਿੰਦੇ ਹੈ ਪਰਮਾਤਮਾ ਸਾਡੇ ਵਾਸਤੇ। ਦੇ ਲੋਗੇ ਜੈ ਜੈ ਵੱਜ ਗਈ। ਇੱਥੇ ਸਾਧ ਸੰਗਤ ਜੀ ਸਮੇਂ ਦੇ ਨੇ ਹਾਜ਼ਰਾਂ, ਇੱਥੇ ਵਿਸ਼ਰਾਮ ਦੇਂਗੇ। ਗੁਰੂ ਗਰੀਬ ਜੀ ਬੇਅੰਤ ਕਿਰਪਾ ਕੀਤੀ ਹੈ, ਜੋ ਆਪ ਸਾਧ ਸੰਗਤ ਜੀ ਨੇ ਤੇ ਦਰਸ਼ਨ ਪ੍ਰਾਪਤ ਹੋ ਰਿਹਾ ਦਾਸ ਨੂੰ। ਇੱਥੇ ਬਚਿੱਤਰ ਨਾਟਕ ਦੀ ਅਮੋਲਕ ਕਥਾ ਆਪਾਂ ਸੁਣ ਰਹੇ ਹਨ। ਇੱਥੇ ਹੀ ਗੁਰੂ ਸਾਹਿਬ ਨੇ ਪਾਸ਼ੇ ਬਰਣੇ ਨੂੰ ਸਮਾਪਤੀ ਕਰਦੇ ਹਨ। ਤੇ ਆਪ ਸਾਧ ਸੰਗਤ ਜੀ ਅਸੀਸਾਂ ਬਖਸ਼ੋ ਕਿ ਤੁਹਾਡੇ ਬੱਚੇ, ਤੁਹਾਡੇ ਹੀ ਦਾਸ ਇਹ ਸੇਵਾ ਹੋਰ ਨਿਭਾ ਸਕਦੇ ਹਨ। ਕੱਲ੍ਹ ਅਖੀਰਲਾ ਦੀਵਾਨ ਹੈ ਜਿੱਥੇ ਦਾਸ ਆਪ ਜੀ ਦੀ ਸੇਵਾ ਕਰ ਸਕੇਗਾ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਭੁੱਲ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਇੱਥੇ ਆਪਾਂ ਫਤਿਹ ਬੁਲਾएंगे। ਫਿਰ ਦੋ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾएंगे ਜੀ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ। ਹੈ ਸਭ ਜਗਤ ਪਇਓ ਜੈ 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 ਸੁਰ ਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ